ਹਾਲੇਲੂਇਆ। ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰੀ ਫਿਰ ਯਿਸੂ ਮਸੀਹ ਦੇ ਨਾਮ 'ਚ ਜੀ ਆਇਆਂ ਨੂੰ ਮੈਂ ਆਖਦਾ ਵਾਂ। ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਹੁਣ ਜ਼ਬੂਰ 7 ਦੇ ਵਿੱਚ ਅਸੀਂ ਜਾ ਰਹੇ ਹਾਂ ਅਧਿਐਨ ਕਰਨ ਲਈ। ਪਿਛਲੇ ਜਿਹੜੇ 6 ਜ਼ਬੂਰ ਅਸੀਂ ਅਧਿਐਨ ਕੀਤੇ ਆ ਉਹਨਾਂ 'ਚ ਅਸੀਂ ਦੇਖਿਆ ਖਾਸ ਕਰਕੇ 3, 4, 5, 6 ਜ਼ਬੂਰ 'ਚ ਕਿ ਸੰਤ ਦਾਊਦ ਕਾਫੀ ਪਰੇਸ਼ਾਨ ਸੀ ਆਪਣੇ ਪਰਿਵਾਰਿਕ ਮਸਲਿਆਂ ਦੇ ਵਿੱਚ। ਉਹਨਾਂ ਦੇ ਪ੍ਰਤੀ ਉਹ ਜ਼ਬੂਰ ਜਿਹੜਾ ਜ਼ਿਕਰ ਕਰਦੇ ਹਨ। ਲੇਕਿਨ ਜਿਹੜਾ ਅੱਜ ਦਾ ਜ਼ਬੂਰ ਹੈ ਜ਼ਬੂਰ ਨੰਬਰ 7 ਇਹਦੇ ਵਿੱਚ ਅਸੀਂ ਦੇਖਾਂਗੇ ਕਿ ਦਾਊਦ ਸੱਚਮੁੱਚ ਕਾਫੀ ਪਰੇਸ਼ਾਨ ਹੈ ਪਰ ਅੱਜ ਆਪਣੇ ਪਰਿਵਾਰ ਤੋਂ ਨਹੀਂ ਹੈ। ਇਹ ਜ਼ਬੂਰ ਉਸ ਸਮੇਂ ਦਾ ਹੈ ਜਦੋਂ ਸੰਤ ਦਾਊਦ ਨੂੰ ਸਾਊਲ ਦੇ ਜਲਨ ਦੇ ਕਾਰਨ ਉਸ ਨੂੰ ਨੱਠਣਾ ਪਿਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। मैं बार बार ये पिछले ज़बूरां से दसदा आ रहा कि मैं तुहानूं दसांगा जरूर कि दाऊद नूं घट्टो घट्ट 9-10 वारी अपना घर छड्ड के नठना पिया क्योंकि ये एक कंप्लीट स्टडी बनती है। मैं किसी दिन कोशिश करूंगा कि बुधवार तो पहला या बुधवार तो बाद वो स्टडी तुहानूं दे देवां। पर इस जगह ते दाऊद एक खास बंदे की वजह दे नाल परेशान है जो साउल दा रिश्तेदार सी। असीं पहले देखांगे कि दाऊद प्रार्थना च की प्रार्थना करदा पिया है। ज़बूर नंबर 7 दी ब्रदर विलियम साडे विच ने ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਉਹ ਪੜਨਗੇ ਸਾਡੇ ਨਾਲ। हे यहोवा मेरे परमेश्वर मैं तेरी पनाह ਲੈਂਦਾ ਹਾਂ। ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ। ਮਤੇ ਕੋਈ ਬੱਬਰ ਸ਼ੇਰ ਵਾਂਗ ਮੇਰੀ ਜਿੰਦ ਨੂੰ ਪਾੜ ਖਾਵੇ ਅਤੇ ਕੋਈ ਛਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ ਟੋਟੇ ਕਰ ਛੱਡਣ। ਦਾਊਦ ਇੱਥੇ ਪਰੇਸ਼ਾਨ ਹੈ ਜਦੋਂ ਉਹਨੂੰ ਸਾਊਲ ਦੇ ਕੋਲੋਂ ਨੱਠਣਾ ਪਿਆ ਤੇ ਜਦੋਂ ਉਹ ਨੱਠ ਕੇ ਚਲਾ ਗਿਆ ਜੰਗਲਾਂ 'ਚ। ਸਾਊਲ ਦਾ ਬਿਨਯਾਮੀਨ ਗੋਤ ਦੇ ਵਿੱਚ ਇੱਕ ਰਿਸ਼ਤੇਦਾਰ ਸੀ ਕੂਸ਼ ਜਿਹੜਾ ਸੀ ਜਿਹਨੂੰ ਅਸੀਂ ਇੰਗਲਿਸ਼ ਕਹਿੰਦੇ ਆ ਕੂਸ਼ ਦਾ ਬੈਂਜਮਾਈਟ। ਇਹ ਬਿਨਯਾਮੀਨੀ ਜਿਹੜਾ ਸੀ ਨਾ ਇਹ ਬੜਾ ਇੱਕ ਬੰਦਾ ਖੁਸ਼ਾਮਦੀਦ ਕਰਨ ਵਾਲਾ ਸੀ ਜਿਹਨੂੰ ਅਸੀਂ ਪੰਜਾਬੀ ਕਹਿੰਦੇ ਨਾ ਚਾਪਲੂਸੀ ਕਰਨ ਵਾਲਾ। ਤੇ ਚਾਪਲੂਸੀ ਜਿਹੜੇ ਕਰਨ ਵਾਲੇ ਬੰਦੇ ਹੁੰਦੇ ਨਾ ਉਹ ਬੜੇ ਖਤਰਨਾਕ ਹੁੰਦੇ ਆ ਤੇ ਬੜੇ ਦਾ ਬੇੜਾ ਗਰਕ ਕਰ ਦਿੰਦੇ ਆ। ਮੈਂ ਜਦੋਂ ਇਹਦੇ ਬਾਰੇ ਦੱਸ ਰਿਹਾ ਤੇ ਦੱਸਦੇ ਮੈਨੂੰ ਵੈਸੇ ਵੀ ਆਤਮਾ 'ਚ ਚੇਤੇ ਆ ਜਾਂਦੀਆਂ ਕਈ ਗੱਲਾਂ। ਸੰਤ ਦਾਊਦ ਦਾ ਬੇਟਾ ਸੁਲੇਮਾਨ ਜਿਸਨੇ ਕਹਾਵਤਾਂ ਲਿਖੀਆਂ ਉਪਦੇਸ਼ਕ ਦੀ ਪੋਥੀ ਲਿਖੀ श्रेष्ठ गीत लिखिया वो एक जगह कहता उपदेशक दी पोथी च 9 बाब 18 च कि हथियार दे नालों बुद्धिमान बनना ज्यादा चंगा है। एक पापी जड़ा बड़ी भलाई नूं नाश कर दिंदा है। एक पापी बड़ी भलाई नूं नाश कर दिंदा है। एक कूश दा बेंजामाइन एक बिन्यामीन कूश जड़ा सी उन्हां दे विचों एक व्यक्ति सी जिसने दाऊद दे बादशाह बनने वास्ते अपने साउल रिश्तेदार नाल मिल के बड़ी गड़बड़ियां पाइयां। ग्रुप बनाया सी इन्हां दा जेड़े साउल दे कन्न भरदे सी ते साउल जड़ा सी वो नहीं सी चाहता कि किसी तरह दाऊद बादशाह बन जाए। पर परमेश्वर ने जिसनूं ठहराया हुंदा परमेश्वर ਉਹਦੇ ਤੇ ਜਦੋਂ ਆਪਣਾ ਅਨੁਗ੍ਰਹਿ ਕਰਦਾ ਰਹਿਮ ਕਰਦਾ ਉਹਨੂੰ ਕੋਈ ਰੋਕ ਨਹੀਂ ਸਕਦਾ। ਚਲੋ ਮੈਂ ਛੋਟੀ ਜਿਹੀ ਆਇਤ ਤੁਹਾਡੇ ਨਾਲ ਪੜ੍ਹਨਾ ਚਾਹੁੰਦਾ ਕਿ ਦੇਖੋ ਇਸ ਕੂਸ਼ ਬਿਨਯਾਮੀਨ ਬੰਦੇ ਨੇ ਇਹਦੇ ਹਵਾਲੇ ਮੈਂ ਤੁਹਾਨੂੰ ਦੱਸ ਦਾਂਗਾ। ਮੈਂ ਸਾਰੇ ਨਹੀਂ ਪੜਾਂਗਾ ਪਰ ਮੈਂ ਤੁਹਾਨੂੰ ਦੱਸ ਦਾਂਗਾ ਜਿਹੜਾ ਤੁਸੀਂ YouTube ਦੇ ਉੱਤੇ ਸਮੇਂ ਬਸ ਸਮੇਂ ਨੂੰ ਖੋਲ ਕੇ ਦੇਖ ਸਕਦੇ ਹੋ ਕਿ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਆ ਖਾਸ ਕਰਕੇ ਜਦੋਂ ਪਰਮੇਸ਼ਰ ਦੇ ਰਾਜ ਨੂੰ ਫੈਲਾਉਣ ਵਾਸਤੇ ਸਕੀਮਾਂ ਬਣਾ ਕੇ ਚਾਪਲੂਸੀਆਂ ਕਰਕੇ ਹਾਕਮ ਅਧਿਕਾਰੀਆਂ ਦੇ ਕੰਨ ਭਰਦੇ ਨੇ ਤੇ ਉਹ ਜਿਹੜੇ ਹੁੰਦੇ ਨੇ ਉਹ ਮਿੱਠੀ ਚੁਗਲੀਆਂ ਖਾਂਦੇ ਆਦਿ ਉਹ ਵੀ ਇੱਕ ਦੂਜੇ ਦੀ ਬਰਬਾਦੀ ਕਰਨ ਵਾਸਤੇ ਕਿੰਨੇ ਤਿਆਰ ਹੋ ਜਾਂਦੇ ਆ। ਇਹ ਸਾਊਲ ਉਹਨਾਂ 'ਚੋਂ ਇੱਕ ਸੀਗਾ। ਕੀ ਹੋਇਆ ਅਸੀਂ ਅੱਜ ਪੜਾਂਗੇ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਮੈਂ ਗੱਲ ਪੜ੍ਹਨਾ ਚਾਹੁੰਦਾ चेते रखियो छे और आज पढ़ने जा रहा मैं एक पापी बड़ी भलाई नूं नाश करदा जे। सो सजनों इत्थे मेरा एक समाचार तुहानूं है एक संदेश है कि पापी होण तो बच जाओ धर्मी बनो मसीह यीशु च तौबा कर लो बपतिस्मा लो ताकि असीं पापी ना ठहरिए ते असीं भलाई करन दे जो ठहरिए। पढ़िए ब्रदर जी 9 बाब 18 पढ़ांगे उपदेशक दी पोथी। जो जोध दे शस्त्र नालों बुद्ध चंगी है। युद्ध दे शस्त्र दे नालों हथियारां दे नालों बुद्ध चंगी है। लड़ाई लड़नी है तो बुद्ध नाल लड़ो हथियारां नाल नहीं। परमेश्वर दे शस्त्र वस्त्र धारण करो ਜਿਹੜੇ ਬਾਈਬਲ 'ਚ ਦੱਸੇ ਹੋਏ ਨੇ ਅਫਸੀਆਂ ਦੀ ਪੱਤਰੀ। ਹਾਂਜੀ
ਪਰ ਇੱਕ ਪਾਪੀ ਬਹੁਤ ਸਾਰੀ ਭਲਾਈ ਦਾ ਨਾਸ਼ ਕਰਦਾ ਹੈ। ਇੱਕ ਪਾਪੀ ਬਹੁਤ ਸਾਰੀ ਭਲਾਈ ਦਾ ਨਾਸ਼ ਕਰਦਾ ਹੈ। ਸਜਣੋ ਬਚੋ, ਭਲਾਈ ਦਾ ਨਾਸ਼ ਹੁੰਦੇ ਹੋ, ਬਚ ਜਾਓ। ਹੁਣ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਲਗਾਤਾਰ ਦੱਸਦਾ ਆ ਰਿਹਾ, ਹੁਣ ਉਸੇ ਤਰ੍ਹਾਂ ਹੀ ਜਿਹੜਾ ਇਸ ਪਵਿੱਤਰ ਬਾਈਬਲ 'ਚ ਲਿਖਿਆ ਹੋਇਆ। ਸੋ ਇਸ ਬੰਦੇ ਨੇ ਕੂਸ਼ ਬਿਨਯਾਮਿਨ ਜਿਹੜਾ ਸੀਗਾ, ਇਹਨੇ ਸਾਊਲ ਦੇ ਕੰਨ ਭਰੇ ਆਪਣੇ ਮਿੱਤਰਾਂ ਦੇ ਨਾਲ ਭਰ ਕੇ। ਪਿਛਲੇ ਜਿਹੜੇ ਅਸੀਂ 6 ਜ਼ਬੂਰ ਦਾ ਅਧਿਐਨ ਕੀਤਾ, ਉਹਦੇ 'ਚ ਦਾਊਦ ਨੂੰ ਨੱਠਣਾ ਪਿਆ ਆਪਣੇ ਬੇਟੇ ਦੇ ਕਾਰਨ, ਐਬਸਲੋਮ ਦੇ ਕਾਰਨ, ਅਦੋਨੀਆ ਦੇ ਕਾਰਨ। ਪਰ ਇੱਥੇ ਜਿਹੜਾ ਵਾ ਇਹ ਸਾਊਲ ਦੇ ਕਾਰਨ। ਪਰ ਸਾਊਲ ਦੇ ਕੰਨ ਭਰਨ ਵਾਲੇ ਜਿਹੜੇ ਬੰਦੇ ਸੀ, ਉਹਨਾਂ 'ਚ ਕੂਸ਼ ਬਿਨਯਾਮਿਨ ਇੱਕ ਸੀਗਾ, ਜਿਨ੍ਹਾਂ ਨੇ ਇੱਕ ਗਰੁੱਪ ਬਣਾਇਆ ਸੀ। ਮੈਂ ਛੇਤੀ ਨਾਲ ਹਵਾਲੇ ਬੋਲ ਦੇਣਾ, ਮੈਂ ਪੜਾਂਗਾ ਨਹੀਂ। ਪਹਿਲਾ ਸੈਮੂਅਲ ਉਹਦੇ 22 ਬਾਬ ਦੀ 6 ਆਇਤ 'ਚ, 23 ਬਾਬ ਉਹਦੀ 21 ਆਇਤ 'ਚ, 24 ਬਾਬ ਉਹਦੀ 8 ਆਇਤ 'ਚ। ਪਹਿਲਾ ਸੈਮੂਅਲ 26 ਬਾਬ ਉਹਦੀ 18 19 ਆਇਤ 'ਚ। ਇਹ ਜਿਹੜੇ ਸੀਗੇ ਦਾਊਦ ਦੇ ਖਿਲਾਫ ਝੂਠ ਬੋਲ ਕੇ ਆਪਣਾ ਫਲ ਪਾਉਂਦੇ ਸੀਗੇ ਤੇ ਸਾਊਲ ਦੇ ਕੰਨ ਭਰਦੇ ਸੀਗੇ। ਲੇਕਿਨ ਮੈਨੂੰ ਬੜੀ ਖੁਸ਼ੀ ਹੈ ਇੱਕ ਗੱਲ ਦੀ, ਜੋ ਮੈਂ ਆਤਮਾ 'ਚ ਪਾ ਰਿਹਾ, ਕਿਉਂਕਿ ਜਦੋਂ ਅਸੀਂ ਇਸ ਨੂੰ ਜ਼ਬੂਰ 'ਚ ਦੇਖਾਂਗੇ, ਸੰਤ ਦਾਊਦ ਵਾਸਤਵ 'ਚ ਇੱਕ ਆਤਮਿਕ ਵਿਅਕਤੀ ਸੀ। ਪਤਾ ਕਿਉਂ? ਜੇ ਅਸੀਂ ਨਵੇਂ ਨੇਮ ਦੀ ਸਿੱਖਿਆ ਦੇ ਵਿੱਚ ਆਈਏ, ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿੱਖਿਆ ਦਿੱਤੀ ਆ, ਜੋ ਰੋਮੇ ਦੀ ਪੱਤਰੀ ਦੇ ਵਿੱਚ ਅਸੀਂ ਉਸ ਨੂੰ ਦੇਖਦੇ ਆ, ਉਹਦੇ 12ਵੇਂ ਬਾਬ ਦੇ ਵਿੱਚ ਜਦੋਂ ਅਸੀਂ ਜਾ ਕੇ ਦੇਖਦੇ ਆ, ਹਾਲੇ ਉਸ ਨੂੰ ਪੜਾਂਗੇ ਨਹੀਂ, ਉੱਥੇ ਇਹ ਸਿੱਖਿਆ ਜਿਹੜੀ ਸੀ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਉੱਤੇ ਸਾਨੂੰ ਮਿਲੀ ਆ। ਪਰ ਸੰਤ ਦਾਊਦ ਉਸ ਸਿੱਖਿਆ ਨੂੰ ਆਤਮਾ 'ਚ ਉਹਨਾਂ ਦਿਨਾਂ ਦੇ ਵਿੱਚ ਲਾਗੂ ਕਰ ਰਿਹਾ। ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ ਮੈਂ ਉਦਾਹਰਨ ਦੇ ਰਿਹਾ, ਇਹ ਬੰਦਾ ਇਸ ਵੇਲੇ ਜਿਹੜੇ ਮੈਂ ਹਵਾਲੇ ਬੋਲੇ ਆ, ਇਹ ਨੱਠਦਾ ਚਲਾ ਜਾ ਰਿਹਾ ਤੇ ਜੰਗਲਾਂ 'ਚ ਆ, ਪਰੇਸ਼ਾਨ ਆ ਤੇ ਆਪਣੇ ਦੁਸ਼ਮਣਾਂ ਨੂੰ ਦੇਖ ਰਿਹਾ ਕਿ ਕਿਵੇਂ ਦਾ ਪਿੱਛਾ ਕਰ ਰਿਹਾ। ਜੇ ਤੁਸੀਂ ਇਹਦੀ ਇੱਕ ਆਇਤ ਦਾ ਦੂਜਾ ਹਿੱਸਾ ਪੜੋ ਤੇ ਲਿਖਿਆ, ਇੱਕ ਆਇਤ ਨੂੰ ਪੜ੍ਹੀ ਦਿਓ ਜ਼ਰਾ, 7 ਬਾਅਦ ਦੀ ਇੱਕ ਆਇਤ ਪੜ੍ਹ ਦਿਓ। ਹੇ ਯਹੋਵਾ ਮੇਰੇ ਪਰਮੇਸ਼ਰ, ਤੇ ਮੈਂ ਤੇਰੀ ਪਨਾਹ ਲੈਂਦਾ ਹਾਂ। ਮੈਂ ਤੇਰੀ ਪਨਾਹ ਲੈਂਦਾ ਹਾਂ। ਲੋਕੀ ਸਾਨੂੰ ਗਲਤ ਜੱਜ ਕਰ ਸਕਦੇ ਆ, ਲੋਕੀ ਗਲਤ ਜੱਜ ਕਰਦੇ ਵੀ, ਲੇਕਿਨ ਇਸ ਸੰਤ ਦਾਊਦ ਨੇ ਸਾਡੇ ਲਈ ਇੱਕ ਮਿਸਾਲ ਛੱਡੀ ਆ ਕਿ ਉਹਨੇ ਇੰਨੀਆਂ ਮੁਸ਼ਕਲਾਤਾਂ ਦੇ ਬਾਵਜੂਦ, ਪਹਿਲੇ 6 'ਚ ਮੈਂ ਤੁਹਾਨੂੰ ਦੱਸ ਰਿਹਾ ਸੀ ਕਿਵੇਂ ਪਰਿਵਾਰਿਕ ਪਰੇਸ਼ਾਨੀਆਂ 'ਚ ਵੀ ਉਹ ਪ੍ਰਭੂ ਦੇ ਕੋਲ ਨੱਠਾ। ਇੱਥੇ ਹਲੇ ਉਹ ਜਵਾਨ ਬੰਦਾ, ਜਵਾਨ ਮੁੰਡਾ ਹੈ, ਉਹ ਯੂਥ ਹੈ, ਯੰਗ ਮੈਨ ਆ, ਇੰਗਲਿਸ਼ ਲੈਟ ਮੀ ਸੇ ਹੀ ਇਜ਼ ਅ ਯੰਗ ਮੈਨ, ਉਹ ਜਵਾਨ ਵਿਅਕਤੀ ਆ ਤੇ ਉਹ ਭੱਜਦਾ ਫਿਰਨ ਡਿਆ। ਲੇਕਿਨ ਕਿਹਦੇ ਪਿੱਛੇ ਭੱਜ ਰਿਹਾ? ਉਹ ਇਸ ਜੇ ਆਇਤ ਨੂੰ ਦੇਖੀਏ, ਉਹ ਕੀ ਕਿਹਾ ਉਸਨੇ, ਇਹ ਨੋਟ ਕਰਨ ਵਾਲੀ ਗੱਲ ਜੀ। ਹਾਂਜੀ, ਹੇ ਯਹੋਵਾ ਹਾਂਜੀ ਮੇਰੇ ਪਰਮੇਸ਼ਰ, ਹਾਂਜੀ ਮੈਂ ਤੇਰੀ ਪਨਾਹ ਲੈਂਦਾ ਹਾਂ ਜੀ। ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ। ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ, ਯਾਨੀ ਕਿ ਉਹਦੇ ਪਿੱਛੇ ਲੋਕੀ ਪਏ ਹੋਏ ਆ, ਉਹਨੂੰ ਗਲਤ ਜੱਜ ਕਰ ਰਹੇ ਆ। ਬਈ ਸਾਊਲ ਨੂੰ ਉਸਨੇ ਬਚਾਇਆ ਫਿਲਿਸਤੀਨੀ ਦੇ ਹੱਥੋਂ, ਉਹ ਗੋਲਾਇਥ ਦੇ ਹੱਥੋਂ, ਦੁਸ਼ਮਣਾਂ ਦੇ ਹੱਥੋਂ। ਇਹੀ ਬੰਦਾ ਉਹਦੇ ਵਿਰੁੱਧ ਛੇ ਹੋ ਗਿਆ। ਕਿਉਂ? ਜਲਨ। ਮੈਂ ਇੱਕ ਗੱਲ ਹੋਰ ਦੱਸਦਾ ਨਾ, ਸੁਣਨ ਵਾਲੇ ਬੜੇ ਧਿਆਨ ਨਾਲ ਸੁਣਿਓ। ਸਾਡੇ ਮਸੀਹਾਂ ਦੇ ਵਿੱਚ ਇੱਕ ਬੜਾ ਖਤਰਨਾਕ ਗੁਣ ਕਵਾਂ ਕਿ ਇਹਨੂੰ ਅਵਗੁਣ ਕਵਾਂ? ਮੈਂ ਇਹਨੂੰ ਗੁਣ ਕਹਿਣ ਲੱਗਾ ਜੀ, ਹੈ ਗੁਣ ਨਹੀਂ ਜੀ, ਅਵਗੁਣ ਆ, ਜਲਨ। ਇੱਥੇ ਵੀ ਜਲਨ ਆ ਤੇ ਬਾਈਬਲ 'ਚ ਲਿਖਿਆ ਜਲਨ ਕਬਰ ਦੇ ਸਮਾਨ ਨਿਰਦਈ ਹੈ। ਜਿਸ ਪਰਿਵਾਰ ਦੇ ਅੰਦਰ, ਜਿਸ ਬੰਦੇ ਦੇ ਅੰਦਰ ਜਲਨ ਆ ਜਾਂਦੀ ਆ, ਖਤਮ। ਉਹ ਘਰਾਨਾ ਖਤਮ, ਉਹ ਪਰਿਵਾਰ ਖਤਮ, ਉਹ ਬੰਦਾ ਖਤਮ। ਮੈਂ ਕੀ ਕਹਿ ਰਿਹਾ? ਜਲਨ ਕਬਰ ਦੇ ਸਮਾਨ ਨਿਰਦਈ ਹੈ, ਬਾਈਬਲ 'ਚ ਲਿਖਿਆ ਸਾਹਿਬ। ਸ਼੍ਰੇਸ਼ਟ ਦੇ ਵਿੱਚ ਜਾ ਕੇ ਇਹਨਾਂ ਬੰਦਿਆਂ 'ਚ ਜਲਨ ਆ ਗਈ ਕਿ ਦਾਊਦ ਰਾਜਾ ਨਾ ਬਣੇ। ਇਹ ਬਹੁਤ ਖਤਰਨਾਕ ਹੁੰਦੀ ਜੇ। ਇਹ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਜੇ, ਕਿਉਂਕਿ ਮੈਂ ਤਜਰਬਾ ਕੀਤਾ ਹੈ ਆਪਣੇ ਇਹਨਾਂ 40 ਸਾਲਾਂ ਦੀ ਸੇਵਕਾਈ ਦੇ ਵਿੱਚ। ਬੜੇ ਬੜੇ ਬੰਦੇ ਮੈਂ ਦੇਖਿਆ ਜਲਨ ਦੇ ਮਾਰੇ ਗਏ, ਉਹ ਗਏ, ਖਤਮ। ਆ ਬੰਦੇ ਵੀ ਖਤਮ ਹੋ ਜਾਣੇ ਆ, ਅਸੀਂ ਪੜਾਂਗੇ ਇਹਨਾਂ ਦੇ ਬਾਰੇ। ਸੋ ਇਸ ਦੇ ਕੰਨ ਭਰੇ ਫਲ ਮਿਲਦਾ ਸੀ, ਲੇਕਿਨ ਸੰਤ ਦਾਊਦ ਦਾ ਜਿਹੜਾ ਵਿਵਹਾਰ ਸੀ ਕੀ ਸੀ? ਉਹ ਪਰਮੇਸ਼ਰ ਦੇ ਕੋਲ ਪਨਾਹ ਲੈਂਦਾ ਸੀਗਾ। ਦੂਜੀ ਆਇਤ ਪੜ੍ਹੀਏ ਜੀ। ਮਤੇ ਕੋਈ ਬੱਬਰ ਸ਼ੇਰ ਵਾਂਗ ਮੇਰੀ ਜਿੰਦ ਨੂੰ ਪਾੜ ਖਾਵੇ। ਇੱਥੇ ਉਹ ਜਾਨਵਰਾਂ ਦਾ ਇੱਕ ਨਮੂਨਾ ਲੈ ਰਿਹਾ, ਮਿਸਾਲ ਲੈ ਰਿਹਾ। ਤੁਹਾਨੂੰ ਯਾਦ ਹੈ ਸੰਤ ਦਾਊਦ ਜਿਹੜਾ ਸੀ, ਜਦੋਂ ਭੇਡਾਂ ਨੂੰ, ਬੱਕਰੀਆਂ ਨੂੰ ਚਰਾਉਂਦਾ ਹੁੰਦਾ ਸੀ, ਤੇ ਜਦੋਂ ਫਿਲਿਸਤੀਨ ਜਿਹੜਾ ਉਹ ਗੋਲਾਇਥ ਸੀ, ਉਹ ਆਰਮੀ ਨੂੰ ਲਲਕਾਰ ਰਿਹਾ ਸੀ ਇਜ਼ਰਾਈਲ ਦੀ, ਯਰੂਸ਼ਲਮ ਦੀ, ਤੇ ਉਸ ਵੇਲੇ ਡਰੀਆਂ ਹੋਈ ਸੀ ਫੌਜਾਂ। ਤੇ ਦਾਊਦ ਨੇ ਕਿਹਾ ਇਹ ਬੰਦਾ ਸਾਡੀ ਫੌਜਾਂ ਨੂੰ ਲਲਕਾਰ ਰਿਹਾ, ਤੇ ਉਹਨੇ ਸਾਊਲ ਦੇ ਕੋਲ ਜਾ ਕੇ ਬੇਨਤੀ ਕਰਨੀ ਚਾਹੀ। ਜਦੋਂ ਫਾਈਨਲੀ ਉਹਦੇ ਕੋਲ ਪਹੁੰਚਿਆ ਤੇ ਉਹਨੇ ਕੀ ਕਿਹਾ ਉੱਥੇ ਜਾ ਕੇ? ਮੈਂ ਚਾਹੁੰਦਾ ਇਹ ਹਵਾਲਾ ਜ਼ਰੂਰ ਪੜ੍ਹੀਏ, ਕਿ ਮੈਂ ਪਤਾ ਕਿਉਂ ਪੜਾਉਣਾ ਚਾਹੁੰਦਾ ਤੁਹਾਨੂੰ। ਇਹ ਮੈਂ ਹਵਾਲਾ ਤੁਹਾਨੂੰ ਇਸ ਕਰਕੇ ਪੜਾਉਣਾ ਚਾਹੁੰਦਾ ਕਿਉਂਕਿ ਉਹ ਬਾਈਬਲ ਦੇ ਵਿੱਚ ਸਾਊਲ ਦੇ ਸਾਹਮਣੇ ਜਦੋਂ ਖੜਾ ਹੈ ਸੰਤ ਦਾਊਦ, ਉੱਥੇ ਉਹਨੂੰ ਦੱਸ ਰਿਹਾ
ਕਿ ਇਹ ਤੇਰਾ ਇਹ ਜਵਾਨ ਬਾਲਕ ਜਿਹੜਾ ਤੇਰੇ ਸਾਹਮਣੇ ਖੜਾ ਆਪਣੇ ਪਿਓ ਦੀਆਂ ਭੇਡਾਂ ਨੂੰ ਜਦੋਂ ਚਰਾਉਂਦਾ ਤੇ ਜੰਗਲ ਦੇ ਵਿੱਚ ਜਦੋਂ ਸ਼ੇਰ ਕੋਈ ਭਾਲੂ ਆ ਕੇ ਬੱਕਰੀਆਂ ਨੂੰ ਫਾੜਦਾ ਭੇਡਾਂ ਨੂੰ ਛੇੜਦਾ ਤੇ ਮੈਂ ਉਹਨਾਂ ਨੂੰ ਉਹ ਫਾੜ ਕੇ ਪਰੇ ਮਾਰਦਾ। ਉਹ ਆਪਣੀ ਦੱਸਣ ਲੱਗਾ ਬਹਾਦਰੀ। ਲੇਕਿਨ ਇੱਥੇ ਇਹਨਾਂ ਬੰਦਿਆਂ ਨੂੰ ਜਿਹੜੇ ਦੁਸ਼ਮਣ ਬਣੇ ਉਹਨਾਂ ਨੂੰ ਇੱਕ ਜਾਨਵਰ ਦੇ ਤੌਰ ਤੇ ਸਮਝ ਰਿਹਾ ਕਿ ਜਾਨਵਰ ਬਣ ਕੇ ਉਹਦਾ ਪਿੱਛਾ ਕਰ। ਪਹਿਲੇ ਚਲੋ ਆਪਾਂ ਇੱਕ ਕੰਮ ਕਰੀਏ, ਆਪਾਂ ਹਵਾਲਾ ਪੜ੍ਹੀਏ ਪਹਿਲਾ ਸ਼ੈਮੂਅਲ ਉਹਦੇ 17 ਬਾਬ ਚ ਚਲੀਏ। ਪਹਿਲਾ ਸ਼ੈਮੂਅਲ 17 ਬਾਬ ਉਹਦੀ 34 ਤੋਂ ਲੈ ਕੇ 37 ਤੱਕ। ਪਹਿਲਾ ਸ਼ੈਮੂਅਲ ਜੀ ਉਹਦੇ 17ਵੇਂ ਬਾਬ ਚ ਇਹਨੇ ਹੁਣ ਲੜਨਾ ਹਲੇ ਤੇ ਦਾਊਦ ਨੇ ਗੋਲਾਇਤ ਨੂੰ ਮਾਰਨਾ, ਲੇਕਿਨ ਉਸ ਤੋਂ ਪਹਿਲਾਂ ਆਪਣੀ ਇਹ ਸਫਾਈ ਪੇਸ਼ ਕਰ ਰਿਹਾ। ਪਹਿਲਾ ਸ਼ੈਮੂਅਲ 17 ਬਾਬ ਉਹਦੀ 34 ਤੋਂ ਪੜ੍ਹੋ ਜੀ। ਤਦ ਦਾਊਦ ਨੇ ਸੌਲ ਨੂੰ ਉੱਤਰ ਦਿੱਤਾ, ਹਾਂਜੀ ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ, ਹਾਂਜੀ ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰਿਛ ਆਇਆ ਅਤੇ ਇਜੜਾਂ ਵਿੱਚੋਂ ਇੱਕ ਬੱਚਾ ਲੈ ਗਿਆ, ਤਾਂ ਮੈਂ ਉਹਦੇ ਮਗਰ ਨਿਕਲਿਆ ਅਤੇ ਉਸ ਨੂੰ ਮਾਰਿਆ ਔਰ ਉਸ ਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ, ਅਤੇ ਜਾਂ ਉਹ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸ ਨੂੰ ਬਰਾਸ਼ੋਂ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮਕਾਇਆ। ਮਤਲਬ ਉਹਦੇ ਵਾਲਾਂ ਤੋਂ ਫੜ ਕੇ ਉਹਨੂੰ ਮਾਰਿਆ ਤੇ ਉਹਨੂੰ ਖਤਮ ਕਰ ਦਿੱਤਾ। ਹਾਂਜੀ ਤੁਹਾਡੇ ਦਾਸ ਨੇ ਸ਼ੇਰ ਅਤੇ ਰਿਛ ਦੋਹਾਂ ਨੂੰ ਜਿੰਦੋਂ ਮਕਾਇਆ, ਸੋ ਇਹ ਅਸੁੰਤੀ ਫਿਲਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ਰ ਦੇ ਦਲਾਂ ਨੂੰ ਲੱਜਾਵਾਨ ਕਰ ਰਿਹਾ ਹੈ। ਹਾਂਜੀ ਫਿਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿਛ ਦੇ ਪੰਜੇ ਤੋਂ ਛੁਡਾਇਆ ਹੈ, ਉਹ ਹੀ ਮੈਨੂੰ ਉਸ ਫਿਲਸਤੀਨੀ ਦੇ ਹੱਥੋਂ ਛੁਡਾਵੇਗਾ। ਤਦ ਸਾਊਲ ਨੇ ਦਾਊਦ ਨੂੰ ਆਖਿਆ, ਜਾ ਫਿਰ ਅਤੇ ਯਹੋਵਾ। ਇੱਥੇ ਸੰਤ ਦਾਊਦ ਸ਼ਾਉਲ ਦੇ ਸਾਹਮਣੇ ਖੜਾ ਹੋ ਕੇ ਦੱਸ ਰਿਹਾ ਕਿ ਕਿਵੇਂ ਉਹ ਜਾਨਵਰਾਂ ਨੂੰ ਫਾੜ ਦਿੰਦਾ ਹੁੰਦਾ ਸੀ ਜਦੋਂ ਉਹਦੀਆਂ ਭੇਡਾਂ ਨੂੰ ਬੱਕਰੀਆਂ ਨੂੰ ਉਹ ਹਮਲਾ ਕਰਨ ਆਉਂਦੇ ਸੀ। ਇੱਥੇ ਦਾਊਦ ਜਿਹੜਾ ਵਾ ਇਹਨਾਂ ਬੰਦਿਆਂ ਕੋ ਘਬਰਾਇਆ ਹੋਇਆ ਤੇ ਉਹਨਾਂ ਨੂੰ ਜਾਨਵਰ ਸਮਝ ਕੇ ਕੀ ਕਹਿ ਰਿਹਾ, ਕਹਿੰਦਾ ਸ਼ੇਰ ਵਾਂਗਰ ਮੈਨੂੰ ਇਹ ਫਾਲ ਕਰਨ ਨੂੰ ਫਿਰਿਆ। ਉਹਨੇ ਇੱਕ ਮਿਸਾਲ ਜੀ ਲਈ ਆ ਬੰਦਿਆਂ ਦੀ ਦੁਸ਼ਮਣ ਦੀ ਇੱਕ ਜਾਨਵਰ ਦੇ ਤੌਰ ਤੇ ਜੇ ਅਸੀਂ ਇਸ ਨੂੰ ਪੜ੍ਹੀਏ ਥੋੜਾ ਜਿਹਾ ਹੋਰ ਤੇ ਇੱਕ ਦੋ ਹਵਾਲੇ ਦੇਖੀ। ਮੈਂ ਚਾਹਨਾ ਵਿਲੀਅਮ ਜ਼ਰਾ ਜਲਦੀ ਨਾਲ ਜ਼ਬੂਰ ਨੰਬਰ 10 ਪੜ੍ਹੋ, ਉਹਦੇ ਬਾਅਦ ਉਹਦੀ 9 ਆਇਤ ਨੂੰ ਪੜ੍ਹੋ। ਜ਼ਬੂਰ ਨੰਬਰ 10 ਉਹਦੀ 9 ਆਇਤ ਚ ਮੈਂ ਜਦ ਤੱਕ ਪੜ੍ਹਦੇ ਜੀ ਜੇ ਮਿਲਦੀ ਪੰਜਾਬੀ ਚ। ਜਿਵੇਂ ਬੱਬਾ ਸ਼ੇਰ ਆਪਣੇ ਘੋਰਨੇ ਵਿੱਚ, ਤਿਵੇਂ ਹੀ ਉਹ ਆਪਣੇ ਗੁਪਤ ਥਾਂ ਵਿੱਚ ਸਹਿ ਕੇ ਬੈਠਾ ਰਹਿੰਦਾ ਹੈ। ਉਹ ਮਸਕੀਨ ਨੂੰ ਫੜਨ ਲਈ ਸਹਿ ਵਿੱਚ ਬੈਠਦਾ ਹੈ। ਉਹ ਜਿਵੇਂ ਬੱਬਾ ਸ਼ੇਰ ਬੈਠਦਾ ਹੈ ਗੁਪਤ ਚ, ਉਸ ਤਰ੍ਹਾਂ ਹੀ ਇਹ ਲੋਕੀ ਬੈਠੇ ਆ ਇਸ ਦੀਨ ਨੂੰ ਪੜ੍ਹਨ ਵਾਸਤੇ। ਉਹ ਲੋਕਾਂ ਨੂੰ ਪ੍ਰਭੂ ਨੂੰ ਦੱਸ ਰਿਹਾ ਕਿ ਲੋਕਾਂ ਦੀ ਜਿਹੜੀ ਹਾਲਾਤ ਹੈ, ਉਹ ਦੁਸ਼ਮਣ ਦੀ ਜਿਹੜੀ ਹਾਲਾਤ ਹੈ ਉਹ ਜਾਨਵਰਾਂ ਵਰਗੀ ਆ। ਜਾਨਵਰ ਦੀ ਮਾਨੇ ਉਹਨੂੰ ਪਕੜਨ ਨੂੰ ਕਰਨ ਡਿਆ। 17 ਬਾਬ ਪੜ੍ਹੀਏ, ਉਹਦੀ 12 ਆਇਤ ਨੂੰ ਦੇਖੀਏ। ਦਾਊਦ ਇਹ ਸਾਰੀਆਂ ਗੱਲਾਂ ਇਸ ਕਰਕੇ ਦੱਸ ਰਿਹਾ ਕਿ ਪੜ੍ਹ ਜੀ ਜ਼ਬੂਰ 17 ਉਹਦੀ 12 ਕਿ ਲੋਕੀ ਜਿਹੜੇ ਆ ਜਾਨਵਰ ਦੇ ਸਮਾਨ ਉਹਦੇ ਪਿੱਛੇ ਪਏ ਹੋਏ ਆ। ਕਿਸੇ ਜਗ੍ਹਾ ਉਹ ਕੁੱਤਾ ਕਹਿ ਰਿਹਾ, ਕਿਸੇ ਜਗ੍ਹਾ ਉਹ ਸ਼ੇਰ ਕਹਿ ਰਿਹਾ। ਪੜ੍ਹੋ ਜੀ ਇਸ ਨੂੰ। ਉਹ ਬੱਬਰ ਸ਼ੇਰ ਵਰਗਾ ਹੈ ਹਾਂਜੀ ਜਿਹੜਾ ਪਾੜਨਾ ਚਾਹੁੰਦਾ ਹੈ, ਜੀ ਔਰ ਬੱਬਰ ਸ਼ੇਰ ਦੇ ਬੱਚੇ ਵਰਗਾ ਜਿਹੜਾ ਘਾਤ ਵਿੱਚ ਬਹਿੰਦਾ ਹੈ। ਹਾਂਜੀ ਏ ਯਹੋਵਾ ਉੱਠ, ਉਹਦਾ ਸਾਹਮਣਾ ਕਰ। ਉਹ ਪਰਮੇਸ਼ਰ ਦੇ ਕੇ ਬੇਨਤੀ ਕਰ ਰਿਹਾ ਇਹਨਾਂ ਬੰਦਿਆਂ ਦਾ, ਤੂੰ ਸਾਹਮਣਾ ਕਰ ਪ੍ਰਭੂ, ਮੈਂ ਨਹੀਂ ਕਰ ਸਕਦਾ। ਮੈਂ ਕੀ ਕਹਿਣਾ ਕਿ ਦਾਊਦ ਨੇ ਉਹ ਕਰ ਦਿਖਾਇਆ ਜੋ ਨਵੇਂ ਨਿਯਮ ਦੀ ਸਿੱਖਿਆ ਹੈ। ਉਹਨੇ ਇਸ ਸਾਰੇ ਮਸਲੇ ਨੂੰ ਕਿਹਦੇ ਸਾਹਮਣੇ ਰੱਖਿਆ? ਪਰਮੇਸ਼ਰ ਦੇ ਸਾਹਮਣੇ ਰੱਖਿਆ। ਉਹਨੇ ਨਹੀਂ ਆਖਿਆ ਉਹ ਜਿਹੜਾ ਬੰਦਾ ਅੱਜ ਤੁਸੀਂ ਦੇਖੋ ਇਹ ਲੜਾਕਾ ਸੀ, ਬੰਦਾ ਬੜਾ ਤਗੜਾ ਸੀ ਸੰਤ ਦਾਊਦ, ਜਿਹੜਾ ਸ਼ੇਰ ਭਾਲੂ ਨੂੰ ਫੜਦੇ ਬੰਦਿਆਂ ਨੂੰ ਨਹੀਂ ਫੜ ਸਕਦਾ ਸੀ। ਫੜ ਸਕਦਾ ਸੀ, ਨਿਸ਼ਾਨਾ ਹੀ ਬੜਾ ਗ੍ਰੇਟ ਸੀ ਉਹਦਾ। ਨੇ ਇੱਕੋ ਟਾਈਮ ਉਹ 5-5 ਲੈ ਸਕਦਾ ਸੀ ਆਰਾਮ ਨਾਲ। ਨਾ ਲੜਨਾ ਨਹੀਂ ਆ, ਪਰਮੇਸ਼ਰ ਦੇ ਹੱਥਾਂ 'ਚ ਦੇਣਾ, ਉਹਦਾ ਸਮਾਂ ਦੇਖਣਾ, ਉਹਦੇ ਸਮੇਂ ਦੀ ਇੰਤਜ਼ਾਰ ਕਰਨੀ ਆ। ਸੋ ਮੈਂ ਕੀ ਕਹਿਣਾ ਚਾਹੁੰਦਾ ਇੱਥੇ ਕਿ ਇਹ ਜਿਹੜੇ ਹਵਾਲੇ ਆ, ਕਈ ਹਵਾਲੇ ਆ ਜਿਹੜੇ ਮੈਂ ਤੁਹਾਨੂੰ ਦੱਸ ਸਕਦਾ। ਜ਼ਬੂਰ ਨੰਬਰ 22 ਉਹਦੀ 12-13 ਆਇਤ, ਫਿਰ ਜ਼ਬੂਰ ਨੰਬਰ 35 ਉਹਦੀ 17 ਆਇਤ, 57 ਬਾਬ ਉਹਦੀ 4 ਆਇਤ, 58 ਬਾਬ ਉਹਦੀ 6 ਆਇਤ, 124 ਜ਼ਬੂਰ ਉਹਦੀ 6 ਆਇਤ। ਇਹਨਾਂ ਜ਼ਬੂਰਾਂ ਦੇ ਵਿੱਚ ਇਹ ਤੁਹਾਨੂੰ ਦੱਸ ਰਿਹਾ ਪਰਮੇਸ਼ਰ ਦਾ ਸੰਤ ਕਿ ਜਾਨਵਰ ਦੇ ਸਮਾਨ ਲੋਕੀ ਉਹਦੇ ਪਿੱਛੇ ਪਏ ਹੋਏ ਆ। ਇਹ ਬੰਦਾ ਜਿਹੜਾ ਜਾਨਵਰਾਂ ਨੂੰ ਫਾੜ ਮਾਰਦਾ ਸੀਗਾ, ਇਹ ਅੱਜ ਬੰਦਿਆਂ ਨੂੰ ਇੱਕ ਜਾਨਵਰ ਬਣਾ ਕੇ ਪ੍ਰਭੂ ਦੇ ਸਾਹਮਣੇ ਪੇਸ਼ ਕਰ ਰਿਹਾ। ਇਹ ਹਾਲਾਤ ਉਹਨਾਂ ਦੀ ਕਿਵੇਂ ਘਾਤ ਕਰਦੇ ਆ, ਇਸ ਬੰਦੇ ਦੇ ਪਿੱਛੇ ਪਏ ਹੋਇਆ। ਲੇਕਿਨ ਜਿਹੜੀ ਗੱਲ ਅਸਲੀ ਗੱਲ ਹੈ ਜਿਹੜੀ ਇਹ ਆ ਕਿ ਇਹ ਪਰਮੇਸ਼ਰ ਦਾ ਜਿਹੜਾ ਜਨ ਹੈ, ਇਹਨੇ ਹਰ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਪ੍ਰਭੂ ਦੇ ਹਵਾਲੇ ਕੀਤਾ। ਉਹ ਪ੍ਰਭੂ ਦੇ ਕੋਲ ਗਿਆ ਤੇ ਪ੍ਰਭੂ ਨੂੰ ਕਿਹਾ, ਇੱਕ ਹੋਰ ਦੁਆ ਕਰਨ ਲੱਗਾ, ਕਹਿੰਦਾ ਪ੍ਰਭੂ ਜੇ ਮੈਂ ਭਲਾਈ ਦੇ ਬਦਲੇ ਬੁਰਾਈ ਕੀਤੀ ਹੈ ਨਾ ਤੇ ਫਿਰ ਤੂੰ ਮੈਨੂੰ ਹੋਰ ਸਜ਼ਾ ਦੇ। ਪੜ੍ਹੀਏ 5 ਜਲਦੀ ਨਾ ਬਰਦਰ, ਮੈਂ ਚੌਥੀ ਆਇਤ ਪੜ੍ਹੋ ਜੀ।
ਜੇ ਮੈਂ ਆਪਣੇ ਮੇਲੀ ਨਾਲ ਬੁਰਾਈ ਕੀਤੀ ਹੋਵੇ ਜੀ ਹਾਂ। ਸਗੋਂ ਮੈਂ ਤਾਂ ਆਪਣੇ ਬੇਸਬਬੇ ਵਿਰੋਧੀ ਨੂੰ ਛੁਡਾਇਆ ਹੈ, ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰਕੇ ਉਹ ਮੈਨੂੰ ਫੜ ਲਵੇ। ਪਰਮੇਸ਼ਰ ਨੂੰ ਉਹ ਆਪਣੀ ਧਾਰਮਿਕਤਾ ਦਿਖਾ ਰਿਹਾ। ਲੋਕੀ ਸਾਨੂੰ ਗਲਤ ਹਮੇਸ਼ਾ ਜੱਜ ਕਰਦੇ ਹੀ ਕਰਦੇ ਆ, ਕੋਈ ਸ਼ੱਕ ਨਹੀਂ ਹੈਗਾ ਉਹਦੇ 'ਚ, ਕਿਉਂਕਿ ਜਦੋਂ ਅਸੀਂ ਦੇਖਦੇ ਆ ਬਾਈਬਲ ਨੂੰ ਵੀ ਪੜ੍ਹਦੇ ਆ ਤੇ ਅਸੀਂ ਆਪਣੇ ਆਪ 'ਚ ਵੀ ਪਾਉਂਦੇ ਹਾਂ ਕਿ ਬਹੁਤ ਸਾਰੀ ਦੁਨੀਆ ਸਾਨੂੰ ਗਲਤ ਹੀ ਨਿਆਏ ਠਹਿਰਾਏਗੀ, ਸਾਡਾ ਫੈਸਲਾ ਕਰੇਗੀ। ਜਿਹਨੂੰ ਅਸੀਂ ਇਸੇ ਕਹਿੰਦੇ ਆ ਦੇ ਵਿਲ ਜੱਜ ਅਸ ਰੋਂਗ, ਉਹ ਸਾਨੂੰ ਗਲਤ ਧਾਰਨਾ ਦੇ ਨਾਲ ਜੱਜ ਕਰਨਗੇ, ਸਾਡਾ ਨਿਆਂ ਕਰਨਗੇ, ਫੈਸਲਾ ਕਰਨਗੇ। ਪਰ ਅਸੀਂ ਜਾਣਦੇ ਹਾਂ ਸਾਡੇ ਅੰਦਰ ਕੀ ਆ, ਤੇ ਇਸ ਨਾਲ ਵੱਧ ਪਰਮੇਸ਼ਰ ਜਾਣਦਾ ਕਿ ਸਾਡੇ ਅੰਦਰ ਕੀ ਆ। ਇੱਥੇ ਸੰਤ ਦਾਊਦ ਆਪਣੇ ਆਪ ਨੂੰ ਧਰਮੀ ਪੇਸ਼ ਨਹੀਂ ਕਰਨਾ ਮੰਗ ਰਿਹਾ, ਪਰ ਆਪਣੇ ਸਾਫ਼ ਹੱਥਾਂ ਦੇ ਵਾਸਤੇ ਪਰਮੇਸ਼ਰ ਦੇ ਅੱਗੇ ਬੇਨਤੀ ਕਰ ਰਿਹਾ ਕਿ ਪ੍ਰਭੂ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਪ੍ਰਭੂ ਮੈਂ ਬੁਰਾਈ ਨਹੀਂ ਕੀਤੀ। ਜੇ ਬਹੁਤ ਸਾਰੇ ਸੁਣਨ ਵਾਲੇ ਕਹਿ ਸਕਣਗੇ ਕਿ ਬਈ ਦਾਊਦ ਨੇ ਤੇ ਇੱਕ ਬੜਾ ਵੱਡਾ ਗੁਨਾਹ ਕੀਤਾ ਸੀ, ਹਲੇ ਉਹ ਗੁਨਾਹ ਨਹੀਂ ਕੀਤਾ ਉਸਨੇ, ਹਲੇ ਤਾਂ ਕੋਈ ਗੁਨਾਹ ਨਹੀਂ ਹੋਇਆ। ਜਦੋਂ ਇਹ ਜ਼ਬੂਰ ਲਿਖਿਆ ਜਾ ਰਿਹਾ, ਜਦੋਂ ਉਹ ਦੌੜ ਰਿਹਾ ਦਾਊਦ ਕੋਲੋਂ ਉਸ ਵੇਲੇ ਗੁਨਾਹ ਨਹੀਂ ਹੋਇਆ, ਲੇਕਿਨ ਉਹਦੇ ਪਿੱਛੇ ਪਏ ਹੋਏ ਇੱਕੋ ਕਾਰਨ ਮੈਂ ਤੁਹਾਨੂੰ ਦੱਸ ਦਿੱਤਾ, ਜਲਨ ਦੇ ਕਾਰਨ। ਤੇ ਬਹੁਤ ਖਤਰਨਾਕ ਚੀਜ਼ ਹੈ। ਲੇਕਿਨ ਉਹਨੇ ਇੱਕ ਜਵਾਬ ਦਿੱਤਾ ਪਰਮੇਸ਼ਰ ਨੂੰ, ਹੇ ਪ੍ਰਭੂ ਜੀ ਜੇ ਮੈਂ ਆਪਣੇ ਮੇਲ ਰੱਖਣ ਵਾਲਿਆਂ ਦੇ ਨਾਲ ਭਲਾਈ ਦੇ ਬਦਲੇ ਬੁਰਾਈ ਕੀਤੀ ਆ ਤੇ ਮੇਰੇ ਵੈਰੀ ਮੈਨੂੰ ਆ ਕੇ ਲੁੱਟ ਲੈਣ, ਤੇ ਜੇ ਮੈਂ ਕੁਝ ਹੋਰ ਗਲਤ ਕੰਮ ਕੀਤਾ ਤੇ ਮੈਨੂੰ ਤੂੰ ਭੂਮੀ ਦੇ ਉੱਤੇ ਪਟਕ ਦੇ, ਮਾਰ ਦੇ, ਖਤਮ ਕਰ ਦੇ। ਇਹ ਆਪਣੀ ਸਫਾਈ ਪੇਸ਼ ਕਰ ਲਿਆ। ਦੇਖੋ ਉਹਦੇ ਹੱਥ ਕਿੰਨੇ ਸਾਫ਼ ਸੀਗੇ। ਸੋ ਇਹਨਾਂ ਦੇ ਬਾਅਦ ਉਹ ਇੱਕ ਗੱਲ ਕਹਿੰਦਾ, ਪ੍ਰਭੂ ਨੂੰ ਕਹਿੰਦਾ, 6ਵੀਂ ਆਇਤ ਪੜਾਂਗੇ, ਇਹ ਬੜੀ ਜ਼ਬਰਦਸਤ ਹੈ। ਜਦੋਂ ਬੰਦੇ ਨੂੰ ਕੋਈ ਲੋੜ ਪਵੇ, ਮੈਨੂੰ ਕੋਈ ਲੋੜ ਪਵੇ, ਤੇ ਸਾਡਾ ਸਭ ਨਾਲ ਵੱਡਾ ਬਚਾਅ ਕਰਨ ਵਾਲਾ ਸਾਡਾ ਜੀਵਿਤ ਪਰਮੇਸ਼ਰ ਆ, ਅਸੀਂ ਇਸ ਤਰ੍ਹਾਂ ਦੁਆ ਕਰ ਸਕਦੇ ਹਾਂ। ਇਹ ਦੁਆ ਵਿੱਚ ਕੀਤੀ, ਕੀ ਦੁਆ ਕੀਤੀ? ਪੜ੍ਹੀਏ ਬ੍ਰਦਰ। ਹੇ ਯਹੋਵਾ, ਹੇ ਯਹੋਵਾ, ਆਪਣੇ ਕ੍ਰੋਧ ਨਾਲ ਉੱਠ, ਆਪਣੇ ਕ੍ਰੋਧ ਨਾਲ ਉੱਠ। ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿਣਾ ਚਾਹੁੰਦਾ, ਜ਼ਬੂਰਾਂ ਦੇ ਵਿੱਚ ਮੈਂ ਸਾਰੇ ਜ਼ਬੂਰ ਨਹੀਂ ਪੜਾਂਗਾ ਹੁਣ, ਕਿਉਂਕਿ ਜੇ ਮੈਂ ਸਾਰੇ ਜ਼ਬੂਰ ਪੜਾਂਗਾ ਤੇ ਬੜਾ ਟਾਈਮ ਲੱਗ ਜਾਣਾ। ਪਰਮੇਸ਼ਰ ਦੇ ਸੰਤਾਂ ਨੇ, ਮੂਸਾ ਨੇ, ਜਦੋਂ ਪਰਮੇਸ਼ਰ ਦੇ ਤੰਬੂ 'ਚ ਉਹਦੀ ਮਹਿਮਾ ਹੁੰਦੀ ਸੀ ਤੇ ਉਹ ਬਦਲ ਦੇ ਤੌਰ ਤੇ ਦਿਨ ਨੂੰ ਤੇ ਅੱਗ ਦੇ ਤੌਰ ਤੇ ਰਾਤ ਨੂੰ ਚੱਲਦਾ ਸੀ, ਉੱਥੇ ਮੂਸਾ ਨੇ ਵੀ ਇਹ ਪ੍ਰਾਰਥਨਾ ਕੀਤੀ, ਹੇ ਪਰਮੇਸ਼ਰ ਉੱਠ। ਅਸੀਂ ਪੜਾਂਗੇ ਥੋੜਾ ਜਿਹਾ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਜਿਹੜਾ ਤੁਸੀਂ YouTube ਤੇ ਇਹਨੂੰ ਦੁਬਾਰਾ ਔਨ ਕਰਕੇ ਸੁਣ ਸਕਦੇ ਹੋ। ਜ਼ਬੂਰ ਨੰਬਰ 3 ਉਹਦੀ 7 ਆਇਤ 'ਚ, ਜ਼ਬੂਰ ਨੰਬਰ 9 ਉਹਦੀ 19 ਆਇਤ 'ਚ, ਜ਼ਬੂਰ ਨੰਬਰ 10 ਉਹਦੀ 2 ਆਇਤ 'ਚ, 17 ਬਾਪ ਉਹਦੀ 3 ਆਇਤ 'ਚ, 44 ਜ਼ਬੂਰ ਉਹਦੀ 26 ਆਇਤ 'ਚ, ਜ਼ਬੂਰ ਨੰਬਰ 68 ਉਹਦੀ 1 ਆਇਤ 'ਚ। ਮੈਂ ਚਾਹੁੰਦਾ ਵਿਲੀਅਮ 9 ਬਾਪ ਦੀ ਜਰਾ 19 ਆਇਤ ਪੜ੍ਹੀਏ, ਇੱਕ ਮਿੰਟ ਸਾਨੂੰ ਪਤਾ ਲੱਗ ਜਾਏਗਾ ਇੱਥੇ ਉਹ ਪਰਮੇਸ਼ਰ ਨੂੰ ਕੀ ਕਹਿ ਰਿਹਾ। 9 ਬਾਪ ਦੀ 19 ਆਇਤ। ਹਾਂਜੀ, ਉੱਠ ਉੱਠ ਹੇ ਯਹੋਵਾ। ਹੇ ਯਹੋਵਾ, ਇੱਥੇ ਉਹ 6ਵੀਂ 'ਚ ਕਹਿ ਰਿਹਾ ਆਪਣੇ ਕੋਲ ਚ ਉੱਠ, ਇੱਥੇ ਵੀ ਉਹ ਪਰਮੇਸ਼ਰ ਨੂੰ ਉਠਾ ਰਿਹਾ। ਪਰਮੇਸ਼ਰ ਮੇਰੇ ਪੱਖ 'ਚ ਲੜ, ਮੈਂ ਨਹੀਂ ਕੁਝ ਕਰਨਾ, ਮੈਂ ਖਾਮੋਸ਼ ਰਹਿਣਾ, ਤੂੰ ਉੱਠ। ਮਹਿਮਾ ਪਰਮੇਸ਼ਰ ਨੂੰ ਦੇ ਰਿਹਾ, ਇੱਜ਼ਤ ਜਲਾਲ ਪਰਮੇਸ਼ਰ ਨੂੰ ਦੇ ਰਿਹਾ। ਪਰਮੇਸ਼ਰ ਵਾਲਾ ਅੱਖਾਂ ਲਾਈਆਂ ਹੋਈਆਂ ਉਸਨੇ, ਪਰਮੇਸ਼ਰ ਨੂੰ ਕਹਿ ਰਿਹਾ ਉੱਠ। 10 ਬਾਪ ਦੀ 12 ਆਇਤ ਪੜ੍ਹੀਏ ਜਰਾ। ਪੜੋ ਜੀ, 10 ਬਾਪ ਦੀ 12 ਆਇਤ। ਉੱਠ ਹੇ ਯਹੋਵਾ। ਉੱਠ ਹੇ ਯਹੋਵਾ। ਤੁਸੀਂ ਵੀ ਕਹਿ ਸਕਦੇ ਹੋ ਆਪਣੇ ਦੁੱਖ 'ਚ, ਆਪਣੇ ਕਸ਼ਟ, ਉੱਠ ਹੇ ਯਹੋਵਾ। ਹੇ ਪਰਮੇਸ਼ਰ, ਹੇ ਈਸ਼ਵਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ। ਇਸ ਤਰ੍ਹਾਂ ਦੀ ਦੁਆ ਜਿਹੜੀ ਸੀ ਗਿਣਤੀਆਂ ਦੀ ਕਿਤਾਬ 'ਚ ਚਲੀ ਜਰਾ, ਮੂਸਾ ਨੇ ਵੀ ਕੀਤੀ ਸੀ। ਇਹਨੂੰ ਇਸ ਦੁਆ ਨੂੰ ਸੁਣਨਾ, ਇਸ ਪ੍ਰਾਰਥਨਾ ਨੂੰ, ਇਸ ਬੇਨਤੀ ਨੂੰ 10 ਬਾਪ ਦੀ 35 ਆਇਤ ਹੈ ਮੇਰਾ ਖਿਆਲ, 10 बाप की 35 से चलेंगे आप। हाँ जी। और जब जब संदूक का प्रस्थान होता था तब तब मूसा ये कहा करता था, हे यहोवा उठ। पढ़ो ब्रदर जी पंजाबी च। ਤਾਂ ਆ ਹੋਇਆ ਭਈ ਜਦ ਸੰਦੂਕ ਦਾ ਕੂਚ ਹੁੰਦਾ ਸੀ ਜੀ ਤਾਂ ਮੂਸਾ ਆਖਦਾ ਹੁੰਦਾ ਸੀ, ਜੀ ਹੇ ਯਹੋਵਾ ਉੱਠ ਅਤੇ ਤੇਰੇ ਵੈਰੀ ਖੇਰੂ ਖੇਰੂ ਹੋ ਜਾਣ ਅਤੇ ਤੇਥੋਂ ਘਿਣ ਕਰਨ ਵਾਲੇ ਤੇਰੇ ਅੱਗੇ ਨੱਠ ਜਾਣ। ਉਹ ਪਰਮੇਸ਼ਰ ਨੂੰ ਕਹਿ ਰਿਹਾ ਕਿ ਪ੍ਰਭੂ ਉੱਠ। ਮੂਸਾ ਨੇ ਵੀ ਇਹ ਪ੍ਰਾਰਥਨਾ ਕੀਤੀ, ਦਾਊਦ ਨੇ ਵੀ ਇਹ ਪ੍ਰਾਰਥਨਾ ਕੀਤੀ, ਤੁਸੀਂ ਵੀ ਅੱਜ ਇਹ ਪ੍ਰਾਰਥਨਾ ਕਰ ਸਕਦੇ ਹੋ, ਪ੍ਰਭੂ ਉੱਠ। ਪ੍ਰਭੂ ਨੂੰ ਉਠਾਉਣ ਵਾਸਤੇ ਪਹਿਲੇ ਤੁਹਾਨੂੰ ਉੱਠਣਾ ਪੈਣਾ ਜੇ ਤੜਕੇ। ਹਲੋ ਕਲੀਸਿਆ, ਹਲੋ ਹਾਂਜੀ ਸੁਣਨ ਵਾਲਿਓ, ਪਹਿਲੇ ਤੁਹਾਨੂੰ ਉੱਠਣਾ ਪੈਣਾ ਜੇ। ਪ੍ਰਭੂ ਨੂੰ ਉਠਾਉਣ ਤੋਂ ਪਹਿਲਾਂ ਮੈਂ ਹਵਾਲੇ ਪੜ੍ਹ ਦਿੱਤੇ ਆ। ਪਰਮੇਸ਼ਰ ਦੇ ਸੰਤ ਜਦੋਂ ਪਰੇਸ਼ਾਨੀਆਂ 'ਚ ਹੁੰਦੇ ਸੀ ਪਰਮੇਸ਼ਰ ਨੂੰ ਕਹਿੰਦੇ ਸੀ ਉੱਠ ਪਰਮੇਸ਼ਰ। ਤੇ ਜੇ ਪਰਮੇਸ਼ਰ ਨੂੰ ਉਠਾਉਣਾ ਜੇ ਤਾਂ ਪਹਿਲੇ ਆਪ ਉੱਠਣਾ ਪੈਣਾ ਜੇ। ਪਰਮੇਸ਼ਰ ਨੂੰ ਉਤਰਾ ਨਹੀਂ ਉੱਠਣਾ। ਪਰਮੇਸ਼ਰ ਕਈ ਵਾਰੀ ਲੁਕੋ ਵੀ ਲੈਂਦਾ ਆਪਣੇ ਆਪ ਨੂੰ, ਬਾਈਬਲ 'ਚ ਲਿਖਿਆ, ਮੈਂ ਹੁਣ ਸਾਰੇ ਹਵਾਲੇ ਤੇ ਨਹੀਂ ਪੜੂੰਗਾ।
लेकिन जे तुसी बरकत लेना चाहते हो ना, जे बाकी दी जिंदगी अपनी प्रभु परमेश्वर का जीवित व्यतीत करना चाहते हो, तो जिवें संत दाऊद इत्थे दुआ कर रहा, मूसा ने दुआ की, हे प्रभु हे यहोवा उठ। प्रभु यहोवा नूं उठाउण तो पहला तुसी आप उठो ਅਤੇ ਬਲੇਸਿੰਗਸ ਲਾ। ਇਹ ਵੀ ਹਵਾ ਦੇ ਵਿੱਚ ਫਿਰ ਵੀ ਗੱਲ ਕਰ ਰਹੇ, ਲਿਫਾਫੇ ਨਾ ਮਾਰਦੇ ਰਹੋ। ਕਲੀਸਿਆ ਇਹ ਬੜੀ ਇੰਪੋਰਟੈਂਟ ਗੱਲ ਹੈ। ਇੱਥੇ ਪਰਮੇਸ਼ਰ ਦਾ ਸੰਤ ਜਿਹੜਾ ਵਾ ਉਹ ਕੀ ਕਹਿਣਾ ਚਾਹ ਰਿਹਾ ਕਿ ਉਹਨੇ ਆਪਣੇ ਆਪ ਨੂੰ ਨਮਰ ਕਰ ਦਿੱਤਾ, ਪ੍ਰਭੂ ਮੈਂ ਕੁਝ ਨਹੀਂ ਹਾਂ, ਮੇਰੇ ਲਈ ਤੂੰ ਕਰ, ਮੇਰੇ ਲਈ ਤੂੰ ਸਭ ਕੁਝ ਕਰ। 8ਵੀਂ ਆਇਤ ਦੇ ਵਿੱਚ ਉਹ ਸਾਨੂੰ ਇੱਕ ਖਾਸ ਗੱਲ ਦੱਸਦਾ, ਉਹਨੂੰ ਪਤਾ ਲੱਗ ਗਿਆ ਪਰਮੇਸ਼ਰ ਮੇਰਾ ਨਿਆਂ ਕਰੇਗਾ। ਕੌਮਾਂ ਦਾ ਨਿਆਂ ਕਰਨ ਵਾਲਾ ਪਰਮੇਸ਼ਰ, ਜਾਤੀ ਜਾਤੀ ਦਾ ਨਿਆਂ ਕਰਨ ਵਾਲਾ ਪਰਮੇਸ਼ਰ। ਹਾਂਜੀ यहोवा कौमां दा न्याय करेगा। ਹਾਂਜੀ हे यहोवा मेरे धर्म और मेरी सदियाई दे अनुसार मेरा न्याय कर। ਹਾਂ ਮੇਰੀ ਸਿੱਧਾਈ ਦੇ ਅਨੁਸਾਰ। ਉਹਨੂੰ ਪਤਾ ਸੀ ਦਾਊਦ ਨੂੰ ਕਿ ਮੈਂ ਪ੍ਰਭੂ ਦੇ ਵਿੱਚ ਠੀਕ ਚੱਲ ਰਿਹਾ। ਕੀ ਤੁਹਾਨੂੰ ਪਤਾ ਤੁਸੀਂ ਪ੍ਰਭੂ 'ਚ ਠੀਕ ਚੱਲ ਰਹੇ ਹੋ? ਕੀ ਤੁਹਾਡਾ ਵਿਵੇਕ ਤੁਹਾਨੂੰ ਅੱਜ ਦੱਸ ਰਿਹਾ? ਵਿਵੇਕ ਦੇ ਵਿੱਚ ਇੱਕ ਵਿਵੇਕ ਹੈ ਜਿਹਨੂੰ ਅਸੀਂ ਕਹਿੰਦੇ ਸਬਕੌਂਸ਼ੀਅਸ, ਕੌਂਸ਼ੀਅਸ, ਇਨਸਾਈਡ ਸਬਕੌਂਸ਼ੀਅਸ। ਇੱਕ ਵਿਵੇਕ ਦੇ ਅੰਦਰ ਇੱਕ ਛੋਟਾ ਵਿਵੇਕ ਹੁੰਦਾ, ਤੁਹਾਨੂੰ ਕਿਤੇ ਦੋਸ਼ੀ ਤੇ ਨਹੀਂ ਠਹਿਰਾ ਰਿਹਾ। ਜੇ ਦੋਸ਼ੀ ਠਹਿਰਾ ਰਿਹਾ ਤਾਂ ਤੁਹਾਨੂੰ ਅੱਜ ਮਾਫੀ ਮੰਗਣ ਦੀ ਲੋੜ ਹੈ, ਕਿਉਂਕਿ ਪਰਮੇਸ਼ਰ ਦੇ ਸਾਹਮਣੇ ਜੇ ਅਸੀਂ ਮੁੜਦੇ ਨਹੀਂ ਹੈ ਨਾ ਤੇ ਗੜਬੜਾ। ਕਿਉਂਕਿ ਦਾਊਦ ਜਿਹੜਾ ਸੀ ਨਾ, ਇੰਨਾ ਕੁਝ ਕਰਨ ਦੇ ਬਾਅਦ ਮੈਂ ਇੱਕ ਚੀਜ਼ ਪਾਈ ਆ ਕਿ ਉਹ ਬੰਦੇ ਨੇ ਆਪਣੇ ਆਪ ਨੂੰ ਨਾ ਇੱਕ ਕੀੜੇ ਦੀ ਮਾਨਤ ਆਪਣੇ ਆਪ ਨੂੰ ਉਹਨੇ ਸਮਝਿਆ। ਮੈਂ ਤੁਹਾਨੂੰ ਦੱਸਣਾ ਚਾਹਣਾ, ਜਦੋਂ ਸਾਊਲ ਉਹਨੂੰ ਮਾਰਨਾ ਚਾਹੁੰਦਾ ਸੀ, ਸਾਊਲ 2 ਵਾਰੀ ਦਾਊਦ ਦੇ ਸਾਹਮਣੇ ਫਸਿਆ। ਜੇ ਪਹਿਲਾ ਸੈਮੂਅਲ 26 ਬਾਬ ਉਹਦੇ 26 ਬਾਬ ਨੂੰ ਪੜ੍ਹਨਾਗੇ, ਹਲੇ ਬਹੁਤ ਲੰਬਾ ਚੈਪਟਰ ਅਸੀਂ ਪੜ੍ਹਨਾ ਨਹੀਂ। ਦਾਊਦ ਨੂੰ 2 ਵਾਰੀ ਮੌਕਾ ਮਿਲਿਆ ਸਾਊਲ ਦਾ ਕੰਮ ਤਮਾਮ ਕਰ ਸਕਦਾ ਸੀ, ਲੇਕਿਨ ਉਸ ਬੰਦੇ ਨੇ ਕੰਮ ਤਮਾਮ ਨਹੀਂ ਕੀਤਾ। ਉਹਨੇ ਕਿਹਾ ਪਰਮੇਸ਼ਰ ਦਾ ਮਸਾਇਆ ਕੀਤਾ ਬੰਦਾ, ਇਹਨੂੰ ਕੁਝ ਨਹੀਂ ਕਹਿਣਾ। ਤੇ ਆਪਣੇ ਆਪ ਨੂੰ ਪਤਾ ਕੀ ਕਹਿੰਦਾ ਥੇ? ਆਪਣੇ ਆਪ ਨੂੰ ਇੱਕ ਮਰੇ ਹੋਏ ਕੁੱਤੇ ਦੇ ਸਮਾਨ ਪਾਇਆ, ਇੱਕ ਪਿੱਸੂ ਦੇ ਸਮਾਨ। ਮੈਂ ਚਾਹੁੰਦਾ ਉਹ ਆਇਤਾਂ ਪੜ੍ਹੀਏ, ਤੁਸੀਂ ਦਾਊਦ ਦੀ ਨਮਰਤਾ ਦੇਖੋ। ਮੈਂ ਕਹਿੰਦਾ ਬਹੁਤ ਇੱਕ ਆਤਮਿਕ ਵਿਅਕਤੀ ਸੀ। ਪਹਿਲਾ ਸੈਮੂਅਲ ਕੱਢਾਂਗੇ ਆਪਾਂ, ਉਹਦੇ 24 ਬਾਬ ਦੇ ਵਿੱਚ ਚਲੀਏ। ਇਹ 24-26 ਬਾਬ ਜਿਹੜਾ ਨਾ, ਇਹ ਤੁਹਾਨੂੰ ਪਤਾ ਲੱਗੇਗਾ ਜਿੱਥੇ ਦਾਊਦ ਨਹਾਤਾ ਫਿਰਦਾ ਸੀ ਸਾਊਲ ਕੋਲੋਂ। ਪਹਿਲਾ ਸੈਮੂਅਲ ਉਹਦਾ 24 ਬਾਬ। ਇਹ ਬੜੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਇਸ ਇਹਨਾਂ ਜ਼ਬੂਰਾਂ 'ਚ ਲਿਖੀਆਂ ਹੋਈਆਂ ਨੇ, ਇਹ ਸਾਡੇ ਲਈ ਇੱਕ ਨਸੀਹਤ ਆ। ਉਹਦਾ 24 ਬਾਬ ਦੀ 14 ਪੜ੍ਹੋ। ਪਹਿਲਾ ਸੈਮੂਅਲ 24 ਬਾਬ ਦੀ 14। इस्राएल दा पासा केदे मगर निकलिया है। हाँ, साउल ਨੂੰ ਕਹਿ ਰਹੇ ਪ੍ਰਭੂ ਸਾਊਲ ਪਾਸ਼ਾ ਜੀ, ਔਰ ਤੁਸੀਂ ਕਿਹਦੇ ਮਗਰ ਚੱਲ ਪਏ ਹੋ? ਦੇਖੋ ਉਹਦੇ ਅੰਦਰ ਕਿੰਨਾ ਡਰ ਸੀ ਸਾਊਲ ਦੇ ਅੰਦਰ ਕਿ ਰੱਬ ਦਾ ਬੰਦਾ ਕਿਤੇ ਰਾਜਾ ਬਣ ਕੇ ਤੇ ਮੇਰਾ ਕੰਮ ਤਮਾਮ ਨਾ ਹੋ ਜਾਏ। ਚੱਲਣ। ਹਾਂਜੀ ਅਤੇ ਤੂੰ ਕਿਹਦਾ ਪਿੱਛਾ ਕਰਨ ਲਈ ਆਇਆ ਹੈ? ਜੀ ਹਾਂ। ਭਲਾ ਮੋਏ ਹੋਏ ਕੁੱਤੇ ਦਾ ਹਾਂਜੀ ਜਾਂ ਇੱਕ ਪਿੱਛੂ ਦਾ? ਇਹ ਪਿੱਸੂ ਦਾ ਕਹਿੰਦਾ, ਡੈਡ ਡੌਗ। ਆਪਣੇ ਆਪ ਨੂੰ ਦਾਊਦ ਨੇ ਡੈਡ ਡੌਗ ਖਵਾਇਆ, ਮੋਇਆ ਕੁੱਤਾ ਖਵਾਇਆ, ਇੱਕ ਪਿੱਸੂ ਖਵਾਇਆ। ਇੰਗਲਿਸ਼ ਕਹਿੰਦੇ ਫਲੀ, FLEA, ਫਲੀ, ਡੈਡ ਡੌਗ ਐਂਡ ਅ ਫਲੀ। ਦਾਊਦ ਨੇ ਆਪਣੇ ਆਪ ਨੂੰ ਇਹਨਾਂ ਨੀਵਾ ਕਰ ਦਿੱਤਾ। ਕਹਿੰਦਾ ਬਾਦਸ਼ਾਹ ਤੂੰ ਤੇ ਆਪਣੇ ਰਾਜ ਦੇ ਉੱਤੇ, ਤਖਤ ਦੇ ਉੱਤੇ ਜੰਮਿਆ ਹੋਇਆ, ਮੈਂ ਤੇ ਮਰੇ ਹੋਏ ਕੁੱਤੇ ਦੇ ਸਮਾਨ ਹੈ, ਤੂੰ ਕਿਹਦੇ ਪਿੱਛੇ ਚੱਲ ਰਿਹਾ? ਛੱਡ, ਖਲਾਸੀ ਕਰ। ਦਾਊਦ ਨੂੰ ਪਟਕ ਸਕਦਾ ਸੀ, ਮਾਰ ਸਕਦਾ ਸੀ, ਲੇਕਿਨ ਦਾਊਦ ਨੀਵਾ ਬਣਿਆ। ਦਾਊਦ ਐਵੇਂ ਨਹੀਂ ਬਾਦਸ਼ਾਹ ਬਣੇ ਜਿਹਨੇ 40 ਸਾਲ ਰਾਜ ਕੀਤਾ। ਲੋਕੀ ਆ ਸੋਚਦੇ ਆ ਕਿ ਸਾਨੂੰ ਸਭ ਕੁਝ ਮਿਲ ਜਾਏ। ਮੇਰੇ ਸੱਜਣੋ, ਸੁਣਨ ਵਾਲੇ ਸੱਜਣੋ, ਜੇ ਕੁਝ ਲੈਣਾ ਜੇ ਨਾ, ਆ ਸਿੱਖਣ ਵਾਲੀ ਗੱਲ ਜੇ। ਦਾਊਦ ਕੋਲੋਂ ਫਸਿਆ ਆਇਆ, ਲੇਕਿਨ ਉਹ ਪਰਮੇਸ਼ਰ ਦੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਕਿੰਨਾ ਦੀਨ ਕਰ ਰਿਹਾ। ਉਹ ਉੱਥੇ ਆ ਜਾਓ, 7 ਚ ਆ ਜਾਓ। ਸੋ ਇਹ ਮੈਂ ਹਵਾਲੇ ਤੁਹਾਡਾ ਇਸ ਕਰਕੇ ਪੜ੍ਹ ਰਿਹਾ ਕਿ ਇਹ ਬੰਦਾ, ਇਹ ਬਿਲਕੁਲ ਜ਼ਬੂਰ ਨੰਬਰ 7 ਦੀ ਸਿਚੁਏਸ਼ਨ ਜੇ। ਮੈਂ ਫਿਰ ਇਹ ਕਹਿਣਾ ਚਾਹਣਾ, ਜ਼ਬੂਰ ਨੰਬਰ 7 ਦੀ ਹਾਲਾਤ ਨੇ ਕਿ ਦਾਊਦ ਨੱਠਾ ਭੱਜਾ ਫਿਰਨ ਡਿਆ, ਤਰਲੇ ਕਰਨ ਡਿਆ ਆਪਣੀ ਜ਼ਿੰਦਗੀ ਦੇ। ਲੇਕਿਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਦਾਊਦ ਨੇ ਇੱਕ ਗੱਲ ਕਹੀ ਜਿਹੜੀ ਅੱਜ ਮੇਰੇ ਲਈ, ਤੁਹਾਡੇ ਲਈ ਇੱਕ ਨਸੀਹਤ ਹੋਣੀ ਚਾਹੀਦੀ ਆ। ਕੀ ਨਸੀਹਤ ਆ? ਪਰਮੇਸ਼ਰ ਕਿਹਨੂੰ ਬਚਾਉਂਦਾ, ਪਰਮੇਸ਼ਰ ਕਿਹਨੂੰ ਬਰਕਤ ਦਿੰਦਾ, ਪਰਮੇਸ਼ਰ ਕਿਹਨੂੰ ਅੱਗੇ ਲੈ ਕੇ ਚੱਲਦਾ? ਪਤਾ ਕਿਹਨੂੰ? 10 ਤੇ 11 ਪੜ੍ਹੀ ਆਪਾਂ। ਹਾਂਜੀ, ਮੇਰੀ ਢਾਲ ਪਰਮੇਸ਼ਰ ਦੇ ਕੋਲ ਹੈ। ਮੇਰੀ ਢਾਲ ਪਰਮੇਸ਼ਰ ਦੇ ਹੱਥ ਵਿੱਚ ਆ। ਮੇਰਾ ਬਚਾਉਣ ਵਾਲਾ, ਛੁਡਾਉਣ ਵਾਲਾ। ਢਾਲ ਦੇ ਬਾਰੇ ਮੈਂ ਪਿਛਲੇ ਜ਼ਬੂਰਾਂ 'ਚ ਦੱਸਿਆ ਸੀ। ਹਾਂਜੀ 9 ਦੇ 10 7 ਦੀ 10 11 ਪੜ੍ਹ ਲਓ ਤੁਸੀਂ, ਕੋਈ ਗੱਲ ਪਿੱਛੇ ਨਹੀਂ ਜਾਣਾ ਆਪਾਂ। ਜਿਹੜਾ ਸਿੱਧੇ ਮਨਾਂ ਦਾ ਬਚਾਉਣ ਵਾਲਾ ਹੈ। ਸਿੱਧੇ ਮਨ ਵਾਲੇ ਨੂੰ ਬਚਾਉਣ ਵਾਲਾ। ਆ ਛੱਡ ਦਿਓ ਵੀਡੀਓ ਸ਼ੀਡੀਓ, ਟਿਕਟੌਕ, ਹਨਾ, ਸਟੋਰੀਆਂ, ਫੇਸਬੁੱਕ ਸਟੋਰੀਜ਼, ਮੈਸੇਜਿਸ, ਲੈਟਰ ਐਮ ਪੈਟਰ ਐਮ, ਸਕੀਮਾਂ ਬਣਾਈ ਜਾਣੀਆਂ, ਖਿਚੜੀਆਂ ਬਣਾਈ ਜਾਣੀਆਂ, ਮੁੜ ਕੇ ਰੋਣਾ। ਪੈਸਾ ਕਿੱਥੋਂ ਆਏਗਾ, ਕਾਰੋਬਾਰ ਕਿੱਥੋਂ ਚੱਲੇਗਾ, ਜ਼ਿੰਦਗੀ ਦਾ ਕੀ ਬਣੇਗਾ? ਉਹ ਬਈ ਸਿੱਧਾ ਮਨ ਤੇ ਹੈ ਜੀ, ਮਨ ਤੇ ਮੇਰਾ ਟੇਢਾ ਹੋਇਆ ਤੇ ਫਿਰ ਕਿੱਥੋਂ ਬਰਕਤ ਮਿਲੇਗੀ ਮੈਨੂੰ?
ਬ੍ਰਦਰ ਜੀ ਸੁਣਨ ਵਾਲਿਓ, ਜੇ ਬਰਕਤ ਲੈਣੀ ਜੇ ਨਾ, ਜੇ ਅਟਲ, ਮੈਂ ਇੱਕ ਗੱਲ ਕਹਿੰਦਾ ਉਹਨਾਂ ਜਿਹੜੀ ਅੱਜ ਵੀ ਕਹਿ ਰਿਹਾ, ਕਹਿੰਦਾ ਰਹਾਂਗਾ ਮੈਂ, ਜੇ ਅਟਲ ਬਰਕਤ ਲੈਣੀ ਹੈ ਨਾ ਤੇ ਫਿਰ ਤੁਹਾਨੂੰ ਸਿੱਧੇ ਮਨ ਵਾਲਾ ਬਣਨਾ ਪਏਗਾ। ਖਿਚੜੀਆਂ ਪਕਾਉਣੀਆਂ ਬੰਦ ਕਰਨੀਆਂ ਪੈਣਗੀਆਂ, ਜਿਹੜੀ ਪਿਛਲੇ ਜ਼ਬੂਰ 'ਚ ਮੈਂ ਦੱਸਿਆ ਸੀ ਤੁਹਾਨੂੰ। ਕਿਉਂ ਭਲਾ? ਅਗਲੀ ਆਇਤ 'ਚ ਪਰਮੇਸ਼ਰ ਦਾ ਵਚਨ ਪਤਾ ਕੀ ਕਹਿੰਦਾ ਜੀ? परमेश्वर सच्चा न्यायकार है। ਪਰਮੇਸ਼ਰ ਧਰਮੀ ਆ ਤੇ ਨਿਆਂਕਾਰ ਹੈ, ਸੱਚਾ ਨਿਆਂਕਾਰ ਹੈ। ਹਾਂਜੀ, हाँ, एक परमेश्वर ਜਿਹੜਾ ਰੋਜ਼ ਖਿਜਿਆ ਰਹਿੰਦਾ ਹੈ। ਉਹ ਤੁਹਾਡਾ ਹੀ ਭਲਾ ਹੋ ਜੇ ਓਏ। ਪਰਮੇਸ਼ਰ ਖਿਜਿਆ ਰਹਿੰਦਾ, ਪ੍ਰੇਮੀ ਪਰਮੇਸ਼ਰ ਹੈ। ਇੱਕ ਪਾਸੇ ਏਡਾ ਪ੍ਰੇਮੀ, ਇੱਕ ਪਾਸੇ ਉਹ ਖਿਜਣ ਵਾਲਾ। ਹਾਂ, ਕਾਹਦੇ ਤੇ ਖਿਜਦਾ? ਉਹ ਖਿਜਦਾ, ਜੇ ਸੁਣੇ ਹੁਣ ਬੜੇ ਧਿਆਨ ਨਾਲ, ਪਾਪ ਦੇ ਉੱਤੇ ਖਿਜਦਾ। ਜੇ ਮੇਰੇ ਜੀਵਨ 'ਚ ਪਾਪ ਆ ਗਿਆ, ਲਟਕਦਾ ਰਿਹਾ, ਮੰਨਿਆ ਨਹੀਂ, ਛੱਡਿਆ ਨਹੀਂ ਤੇ ਉਹਦੀ ਖਲਾਸੀ ਨਹੀਂ ਕੀਤੀ, ਤਾਂ ਪਰਮੇਸ਼ਰ ਨੇ ਮੈਨੂੰ ਖਿੱਚ ਕੇ ਉਹਦੇ ਨਾਲ ਵਰਤਾव करना। मैं हिंदी से पढ़ा लिखा, परमेश्वर धर्मी और न्यायी है, वरना ऐसा ईश्वर है जो प्रतिदिन क्रोध करता है। फिर मैं कहने लगा क्रोध कादे ते करता है? somebody said expresses his anger on sin, कि वो पाप दे उत्ते अपने गुस्से ਨੂੰ ਪ੍ਰਗਟ ਕਰਦਾ। ਪਾਪ ਦੇ ਉੱਤੇ ਜੇ ਤੁਸੀਂ ਪਾਪ ਕਰੋਗੇ ਤਾਂ ਪੇੜਾ ਪੈਣਾ ਹੀ ਪੈਣਾ। ਸੋ ਬਚ ਜਾਓ, ਛੱਡ ਦੋ, ਬਰਕਤ ਲਓ, ਅਟਲ ਰਹੋ। ਬੋਲੋ ਹਾਲੇਲੂਇਆ। ਹਾਲੇਲੂਇਆ। ਜੇ ਨਹੀਂ ਫਿਰੋਗੇ ਤੇ ਫਿਰ ਕਿਸੋਂ ਵੱਖਰੇ ਵਜਨੇ ਜਿਹੜੇ ਮੈਂ ਪਿਛਲੇ ਜ਼ਬੂਰ 'ਚ ਦੱਸੇ ਸੀਗੇ। 12 ਆਇਤ ਪੜ੍ਹੀਏ ਜਰਾ ਜਲਦੀ ਨਾਲ। ਜੇ ਮਨੁੱਖ ਨਾ ਮੁੜੇ, ਜੇ ਮਨੁੱਖ ਤੋਬਾ ਨਾ ਕਰੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਤੋਬਾ ਦੇ ਵਿੱਚ ਫਲ ਹੋਣੇ ਚਾਹੀਦੇ। ਮੈਡਮ ਨੇ ਬੜਾ ਸੋਹਣਾ ਸਮਝਾਇਆ ਸੀਗਾ, ਕੰਮਾਂ ਦੇ ਦੁਆਰਾ ਅਸੀਂ ਫਲ ਲਿਆਉਣਾ। ਇਤਵਾਰ ਨੂੰ ਦੱਸ ਰਹੀ ਸੀ ਮੈਡਮ ਪ੍ਰਚਾਰ ਕਰ ਰਹੀ ਸੀ। ਜੇ ਤੋਬਾ ਨਾ ਕਰੇ ਤੇ ਕੀ ਕਹਿ ਰਿਹਾ ਪਰਮੇਸ਼ਰ? ਕੀ ਕਰੇਗਾ ਜੀ? ਤਿੱਖੀ ਤਲਵਾਰ ਕਰੇਗਾ। ਉੱਚੀ ਸਾਰੀ ਬੋਲੋ। ਹਾਂ, ਤਿੱਖੀ ਤਲਵਾਰ। ਇੱਕ ਵਾਰੀ ਫਿਰ ਪੜੋ ਉੱਚੀ ਸਾਰੀ। ਜੇ ਮਨੁੱਖ ਨਾ ਜੇ ਮੁੜੇ, ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਮਾਫ ਕਰਨਾ ਮੈਨੂੰ ਸੁਣਨ ਵਾਲਿਓ, ਅੱਜ ਬੜੇ ਬੜੇ ਦਾਅਵਾ ਠੋਕਣੇ ਆ ਅਸੀਂ ਲੋਕ, ਕਿੰਨਾ ਕੁ ਫਲ ਲਿਆ ਰਹੇ ਆ ਅਸੀਂ। ਉਧਾਰ ਮੰਗਦੇ ਸਾਡੀ ਉਮਰ ਲੰਘ ਜਾਂਦੀ ਆ, ਸਾਰੀ ਉਮਰ। ਮਾਫ ਕਰਨਾ ਤੁਸੀਂ ਮੈਨੂੰ, ਕਿਉਂਕਿ ਸਾਡੇ ਜੀਵਨ 'ਚ ਸੱਚੀ ਤੌਬਾ ਹੈ ਨਹੀਂ ਆ। ਤਲਵਾਰ ਤਿੱਖੀ ਚੱਲ ਰਹੀ ਹੈ ਪਰਮੇਸ਼ਰ ਦੀ। ਅਸੀਂ ਕਦੀ ਇੱਧਰ ਨੱਠਦੇ ਪਏ, ਕਦੀ ਉੱਧਰ ਨੱਠਦੇ ਪਏ। ਜਿੱਧਰ ਨੱਠਣਾ ਚਾਹੀਦਾ ਉੱਧਰ ਅਸੀਂ ਨੱਠਦੇ ਨਹੀਂ ਪਏ। ਨੱਠਣਾ ਸਾਨੂੰ ਕੇਵਲ ਪਰਮੇਸ਼ਰ ਦੇ ਪਿੱਛੇ ਚਾਹੀਦਾ। ਦੁਸ਼ਮਣਾਂ ਦੇ ਵਿੱਚ ਫਸਿਆ ਹੋਇਆ, ਚਾਰ ਸਵੇਰੇ ਚੁਗਲੀਆਂ ਹੋ ਰਹੀਆਂ, ਚਾਰ ਸਵੇਰੇ ਉਹਦੇ ਸਾਜ਼ਿਸ਼ ਬਣਾਈ ਜਾ ਰਹੀ ਆ। ਕੂਸ਼ ਬਿਨਯਾਮੀਨ ਨੇ ਇੰਨੀ ਖੁਸ਼ਾਮਦੇਦ ਕੀਤੀ ਆ। ਸਾਊਲ ਦੀ ਚਾਚਾ ਲੱਗਦਾ ਸੀ, ਤਾਇਆ ਲੱਗਦਾ ਸੀ, ਮਾਮਾ ਲੱਗਦਾ ਸੀ। ਮੈਨੂੰ ਨਹੀਂ ਪਤਾ ਉਹਦਾ ਰਿਸ਼ਤੇਦਾਰ ਸੀ, ਕਿਉਂਕਿ ਮੈਂ ਇੰਨੀ ਸਟੱਡੀ 'ਚ ਨਹੀਂ ਗਿਆ। ਪਰ ਇੱਕ ਗੱਲ ਉਹਨੇ ਬੇੜਾ ਕਰ ਦਿੱਤਾ ਦਾਊਦ ਦਾ। ਦਾਊਦ ਨੂੰ ਨੱਠਣਾ ਪੈ ਰਿਹਾ, ਪਰ ਦਾਊਦ ਇੱਥੇ ਟਿਕਿਆ ਹੋਇਆ ਤੇ ਇਹਨੇ ਇਹ ਵੀ ਗੱਲ ਸਮਝਾ ਦਿੱਤੀ ਕਿ ਜੇ ਤੌਬਾ ਨਾ ਕੀਤੀ ਤਾਂ ਪਰਮੇਸ਼ਵਰ ਦੀ ਤਲਵਾਰ ਚੱਲਣੀ ਜੇ। ਤੇ ਨਵੇਂ ਨਿਯਮ 'ਚ ਵੀ ਐਵੇਂ ਜੇ। ਹਾਂਜੀ, ਚਲਿਏ ਅੱਗੇ। ਉਹਨੇ ਆਪਣਾ ਧੁਨਕ ਝੁਕਾ ਕੇ ਤਿਆਰ ਕਰ ਛੱਡਿਆ ਹੈ। ਧੁਨਕ ਉਹਨੇ ਤਿਆਰ ਚੁੱਕ ਲਿਆ। ਫਿਰ ਉਹਦੇ ਬਾਅਦ ਉਹਨੇ ਉਸ ਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ ਜੀ। ਉਹ ਆਪਣੇ ਤੀਰਾਂ ਨੂੰ ਅਗਨਬਾਣ ਬਣਾਉਂਦਾ ਹੈ। ਉਹ ਆਪਣੇ ਤੀਰਾਂ ਨੂੰ ਅਗਨਬਾਣ ਬਣਾਉਂਦਾ ਹੈ। ਵੇਖੋ ਉਸ ਦੀ ਬਦੀ ਦੀ ਪੀੜ ਲੱਗੀ ਹੋਈ ਹੈ। ਬਦੀ ਦੀ ਪੀੜ ਲੱਗੀ ਹੋਈ ਹੈ। ਪ੍ਰੈਗਨੈਂਸੀ ਦਾ ਟਾਈਮ ਆ ਗਿਆ, ਪ੍ਰੈਗਨੈਂਸੀ ਆ ਗਈ ਹੈ, ਪੀੜਾ ਅੰਦਰ ਹੋ ਰਹੀ ਹੈ। ਹਾਂਜੀ। ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ। ਉਤਪਾਤ ਦਾ ਗਰਭ ਹੈ। ਉਤਪਾਤ ਦਾ ਗਰਭ ਹੈ, ਸ਼ਰਾਰਤ ਦਾ ਗਰਭ ਹੈ, ਪਾਪ ਦਾ ਗਰਭ ਹੈ। ਤੇ ਪਾਪ ਦਾ ਗਰਭ ਜਦੋਂ ਹੋਏਗਾ, ਜੋ ਅੰਦਰ ਹੁੰਦਾ ਉਹੀ ਫਲ ਲੈਣਾ ਉਹਨੇ। ਮਾਂ ਦੀ ਕੁੱਖ 'ਚ ਬੱਚੇ ਦਾ ਬੀਜ ਹੁੰਦਾ, ਗਰਭ ਦੇ ਅੰਦਰ ਬੇਟਾ ਬੇਟੀ ਪੈਦਾ ਹੁੰਦੀ ਆ। ਤੇ ਜਦੋਂ ਇਨਸਾਨ ਦੇ ਅੰਦਰ ਪਾਪ ਦਾ ਗਰਭ ਲੱਗ ਜਾਏਗਾ ਤੇ ਇਹਦਾ ਰਿਜ਼ਲਟ ਭੈੜਾ ਹੀ ਨਿਕਲੇਗਾ। ਬਚ ਜਾਈਏ ਬਸ ਸੱਚੇ ਦਿਲ ਦੇ ਨਾਲ। ਇਹ ਹਿਲਣਾ ਨਹੀਂ ਜੇ ਕਲਾਮ, ਨਾ ਇੱਧਰ ਹੋਣਾ ਜੇ ਨਾ ਉੱਧਰ ਹੋਣਾ ਜੇ। ਸਿਰਫ ਤੌਬਾ ਕਰਨੀ ਰਹਿਣੀ ਹੈ ਸੱਚੀ, ਸੱਚੇ ਦਿਲ ਦੇ ਨਾਲ। ਜੇ ਤੌਬਾ ਨਹੀਂ ਕਰੋਗੇ ਤਾਂ ਤਲਵਾਰ ਖੜੀ ਹੈ। ਸੁਣਨ ਵਾਲਿਓ, ਜਿੱਥੇ ਮਰਜ਼ੀ ਹੋ, ਦਾਰੂ ਛੱਡ ਦਿਓ, ਸਿਗਰਟ ਛੱਡ ਦਿਓ, ਵੈਰ ਛੱਡ ਦਿਓ, ਝਗੜੇ ਛੱਡ ਦਿਓ, ਆ ਟੈਲੀਫੋਨਾਂ ਦੇ ਵਿੱਚੋਂ ਬਕਵਾਸ ਕੱਢ ਕੇ ਪਰੇ ਮਾਰ ਦਿਓ, ਚੰਗੇ ਰਹਿ ਜਾਓਗੇ ਜੀ। ਇਹਦੇ ਜਦੋਂ ਯਿਸੂ ਮਸੀਹ ਆਇਆ ਤਾਂ ਤਲਵਾਰ ਖੜੀ ਜੇ। ਮੇਰੇ ਲਈ ਨਹੀਂ ਖਾਲੀ, ਸਾਰੀ ਦੁਨੀਆ ਦੇ ਲਈ। ਜਿਹਨੇ ਤੌਬਾ ਕੀਤੀ ਉਹ ਬਚ ਜਾਏਗਾ। ਜਿਹੜਾ ਮਸੀਹ ਯਿਸੂ ਦੇ ਵਿੱਚ ਆ, ਉਹਦੇ ਤੋਂ ਸਜ਼ਾ ਦਾ ਹੁਕਮ ਟਲ ਗਿਆ, ਲੱਥ ਗਿਆ। ਰੋਮੀਓ 8 ਬਾਪ ਉਹਦੀ 1 'ਚ ਇਵੇਂ ਦੱਸਿਆ ਹੋਇਆ। ਸੋ ਹੁਣ ਆਪਾਂ ਇੱਕ ਗੱਲ ਨੂੰ ਦੇਖ ਲਈਏ। ਅਗਲੀ ਆਇਤਾਂ 'ਚ ਲਿਖਿਆ, ਇਹ ਬੜੀਆਂ ਖਤਰਨਾਕ ਜੇ 2 ਆਇਤਾਂ। ਇਹਨੂੰ ਸੁਣੋ ਕੀ ਹੋਇਆ। ਪੜੋ ਬ੍ਰਦਰ ਜੀ 15 ਤੇ 16। ਅਤੇ ਝੂਠ ਉਸ ਤੋਂ ਜੰਮਿਆ ਹੈ ਜੀ। ਉਸ ਨੇ ਟੋਇਆ ਕੱਢਿਆ। ਉਸਨੇ ਦੇਖੋ, ਸੁਣਿਆ ਹੁਣ ਇਹਦਾ ਰਿਜ਼ਲਟ ਮੈਂ ਤੁਹਾਨੂੰ ਲੱਗਾ ਦੱਸਣ ਬਾਈਬਲ 'ਚੋਂ। ਉਸਨੇ ਟੋਇਆ ਖੋਦਿਆ। ਹਾਂਜੀ। ਅਤੇ ਡੂੰਘਾ ਪੁੱਟਿਆ ਹੈ। ਡੂੰਘਾ ਪੁੱਟਿਆ ਹੈ।
ਅਤੇ ਜਿਹੜਾ ਖਾਈ ਉਸਨੇ ਪੁੱਟੀ ਸੀ ਜਿਹੜੀ ਖਾਈ ਉਸਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ। ਹਲੇ ਡਿੱਗਿਆ ਨਹੀਂ ਆ, ਲੇਕਿਨ ਸੰਤ ਦਾਊਦ ਨੇ ਭਵਿੱਖਬਾਣੀ ਕਰ ਦਿੱਤੀ ਹੈ ਇੱਥੇ। ਮੈਂ ਤੁਹਾਨੂੰ ਹੁਣ 3 ਮਿਸਾਲਾਂ ਦਿੰਦਾ ਇੱਥੇ। देखो की कह रहा, मैं इन्हों हिंदी च पढ़दा, उसने गड़ा खोद कर उसे गहरा किया। ਅਸੀਂ ਬੜੀਆਂ ਸਕੀਮਾਂ ਬਣਾਉਂਦੇ ਆ, ਬੜੀ ਖਿਚੜੀਆਂ ਬਣਾਉਂਦੇ ਆ, ਡੂੰਘਾ ਪੁੱਟ ਜਿੱਥੇ ਇਹਦੀ ਬੋਡੀ ਪੂਰੀ ਜਾ ਸਕੇ, ਤਬਾਹ ਹੋ ਜਾए, खत्म हो जाए, फिनिश। उन्हें डूंगा गड्ढा खोदा, जो खाई उसने बनाई थी उसी में वह आप ही गिरा। 3 बंदियां दी एग्जांपल है ये बाइबल चो, पुराने नियम चो। पहली एग्जांपल ਅਸੀਂ ਜਾਣਦੇ ਆ मूसा ਦੇ ਸਮੇਂ 'ਚ ਜਦੋਂ मूसा ਦਾ ਜਨਮ ਹੋਇਆ ਤੇ ਫਾਰੋ ਨੇ ਕੀ ਕਿਹਾ ਕਿ ਜਿੰਨੇ ਵੀ ਮੇਲ ਬੱਚੇ ਆ बेटे ने उन्होंने नील नदी दे विच डुबो के मार दिता जाए। रिजल्ट की निकलिया, जो परमेश्वर ने मूसा के द्वारा अपनी कौम नूं बचाया ते जिन्नी भी मिस्रियां दी फौजां सी सारियां उसे था ते जा डुबियां। बोलो हालेलुया। नंबर 2, साउल जिहड़ा दाऊद नूं मारन वास्ते तैयार आ, अपनी ही तलवार, पहला सैमुअल ओदा 15वां बाब जो पढ़ांगे, दूजा सैमुअल 15वां बाब, ਉਹਦੇ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਇਹ ਬੰਦਾ ਜਿਹੜਾ ਵਾ ਉਹ ਆਪਣੀ ਤਲਵਾਰ ਤੇ ਆਪਣੀ ਹੀ ਉਹ ਭਾਲੇ ਦੇ ਉੱਤੇ ਖਤਮ ਹੋ ਗਿਆ, ਦੋਵੇਂ ਪਿਓ ਪੁੱਤ। ਹਮਾਨ ਬੰਦਾ ਜਿਹੜਾ ਸੀ ਉਹਨੇ ਮੁਰਦੇਕਾਈ ਦੇ ਲਈ ਫਾਈ ਬਣਾਈ ਕਿ ਮੈਂ ਇਹਨੂੰ ਉਸ ਫਾਈ ਤੇ ਚੜਾਵਾਂਗਾ। ਹੋਇਆ ਕਿ ਪਰਮੇਸ਼ਰ ਨੇ ਜਦੋਂ ਕ੍ਰਿਸ਼ਨਾ ਕੀਤਾ, ਮੁਰਦੇਕਾਈ ਦੀ ਜਗ੍ਹਾ ਹਮਾਨ ਨੂੰ ਉਸੇ ਫਾਈ ਤੇ ਲਟਕਣਾ ਪਿਆ। ਬਾਈਬਲਾਂ खोल के पढ़ लो अपनी अपनिया मेरे सज्जनों। इतने साल लिख देता गया, उसका उत्पात पलट कर उसी के सिर पर पड़ेगा और उसका उपद्रव उसी के माथे पर पड़ेगा। बच जाओ, बुराई तो बचो, भलाई वाल लगे रहो। जो असं इस तरह करेंगे तो की होएगा? संत दाऊद वांगर साडे अंदर खुशी आ जाएगी। जो संत दाऊद वांगर असीं नम्र ते दीन हो जावांगे, की होएगा? परमेश्वर तुहाडे अंदर एक चंगी गल पाएगा। आखिर है जिसे दाऊद नूं खुशी मिल गई, दाऊद ने खुशी दे नाल वो गीत गाया। एंड की कीता? पढ़ दे ब्रदर विलियम। जी हाँ। मैं यहोवा दा धर्म दे अनुसार उस दा धन्नवाद करांगा। बोलिए हालेलुया। हालेलुया। मैं यहोवा दे धर्म दे अनुसार ओदा धन्नवाद करांगा। ओके। ਅਤੇ ਮੈਂ ਅਤ ਮਹਾਨ ਯਹੋਵਾ ਦੇ ਨਾਮ ਦੀ ਉਸਤਤ ਗਾਵਾਂਗਾ। मैं अत महान यहोवा दे नाम दी उस्तत गावांगा। वो क्यों गाएगा? क्योंकि उन्हें पता लग गया कि ये बंदे ने जड़ियां करतूतां कीतियां ने, जो मेरे खिलाफ इन्होंने साजिशां बनाईयां ने, इन्होंने ਉਹਦੇ ਵਿੱਚ आप ही जा फसना है। मेरे सज्जनों, निचोड़ कड्ढी इस ज़बूर दा। दाऊद फसिया होया साउल दे हत्थ, राजा बादशाह दे हत्थ, लेकिन वो किसी कोल नहीं दौड़िया, वो परमेश्वर दे कोल गया। उन्हें अपने आप को परमेश्वर के सामने पेश किया, प्रभु देख मेरी जिंदगी नूं देख। उन्हें प्रभु ने क्या है, प्रभु उठ। तो मैं बार बार ये कहना चाहना सुनने वालों, जो प्रभु ने उठाना जे आप उठना पैना। उसने प्रभु दे अगे बेनती की, नाल ही समझा दिता कि जे पाप दे विच फसे रहांगे, तौबा नहीं करांगे तो इहदी तलवार चलेगी। नाल ही उन्हें समझा दिता कि जिहड़ा गड़ा जिसने दिल खोदेगा ਉਹਦੇ ਚ ਉੱਚਾ आप ही पवेगा। मैं तुहानूं 3 मिसालां दित्तियां बड़ियां सोहणियां। फारो दी दित्ती आ, साउल दी दित्ती आ ते वो हमान दी दित्ती आ, जिसने मर्दोकाई नूं चाहा कि ये फाई ते मरे, लेकिन आप ही मर गया। मेरे सज्जनों, बाइबल बहुत खूबसूरत किताब है जो सानूं दसदी आ। सो अज जलन ना करिए, अज भलाई करन दे लई बुराई तो बचिए, क्योंकि मैं पढ़ दिता उपदेशक दी पोथी च 9 बाब दी 18 च, एक पापी बहुत सारी भलाई नूं नाश करदा। पाप तो बचो, बुराई तो बचो, फिल्मां तो बचो, वीडियो तो बचो, और बहुत सारा जो तुहाडे मोबाइल के अंदर गंद है उहदे तो बच जाओ। इहदे वाल ध्यान ला लो, नहीं तो सजनों आपां ते बोलदे बोलदे निकल जाना जे। ते जे असीं उहदे ते चलदे रहांगे ते परमेश्वर सानूं बरकत देगा। जे नहीं चलांगे ते बहुत वधिया तरीके नाल सब कुछ समझा दिता गया। काश कि तुसीं ते मैं 17वीं आयत दे उत्ते चलिए। मैं यहोवा दे धर्म दे अनुसार ਉਹਦਾ ਧੰਨਵਾਦ ਕਰਾਂਗਾ। ਪੜ੍ਹਦੇ ਵਿਲੀਅਮ ਇੱਕ ਵਾਰੀ ਫਿਰ, ਟਾਈਮ ਹੋ ਗਿਆ ਸਾਡਾ ਹੁਣ। ਹਾਂਜੀ। ਮੈਂ ਯਹੋਵਾ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ ਜੀ। ਅਤੇ ਮੈਂ ਅਤ ਮਹਾਨ ਯਹੋਵਾ ਦੇ ਨਾਮ ਦੀ ਉਸਤਤ ਗਾਵਾਂਗਾ। ਬੋਲੇ ਹਾਲੇਲੂਇਆ। ਹਾਲੇਲੂਇਆ। ਆਸ਼ ਤੁਸੀਂ ਅਤ ਮਹਾਨ ਯਹੋਵਾ ਦੀ ਉਸਤਤ ਗਾਉਂਦੇ ਰਹੋ ਤੇ ਤੁਹਾਡੇ ਪਰਿਵਾਰਾਂ 'ਚ ਇਹ ਵਚਨ ਖੁੱਲਦਾ ਰਹੇ ਤੇ ਦਾਊਦ ਦੇ ਸਮਾਨ ਤੁਸੀਂ ਵੀ ਆਪਣੀ ਜ਼ਿੰਦਗੀਆਂ 'ਚ ਸਥਿਰ ਹੋ ਜਾਓ। ਪਰਮੇਸ਼ਰ ਤੁਹਾਨੂੰ ਬਰਕਤ ਦੇ। ਦੁਆ ਕਰਾਂਗੇ। दयालु प्रेमी परमेश्वर प्यारे पिताजी, तुहाडा वचन बोलता है प्रभु जी। संत दाऊद दी इन्हां मिसालां दे द्वारा सानू बहुत कुछ सीखण नूं मिलदा है।
ਉਹਨੇ ਹੱਥ ਨਹੀਂ ਚੁੱਕਿਆ ਕਿਸੇ ਤੇ, ਖਾਸ ਕਰਕੇ ਸਾਊਲ ਬਾਦਸ਼ਾਹ ਤੇ। ਆਪਣੇ ਆਪ ਨੂੰ ਇੱਕ ਮਰੇ ਕੁੱਤੇ ਦੇ ਸਮਾਨ ਜਾਣ ਲਿਆ, ਇੱਕ ਪਿੱਸੂ ਦੇ ਸਮਾਨ ਜਾਣ ਲਿਆ, ਤੇ ਉਹਨੇ ਆਪਣੀ ਸਾਰੀਆਂ ਮੁਸ਼ਕਲਾਂ ਨੂੰ ਤੁਹਾਡੇ ਹੱਥਾਂ 'ਚ ਸੌਂਪ ਦਿੱਤਾ। ਤੇ ਪ੍ਰਭੂ ਜੀ ਜਦੋਂ ਉਹਨੇ ਕਹਿ ਦਿੱਤਾ ਕਿ ਜਿਸਨੇ ਜੋ ਗੜਾ ਖੋਦਿਆ, ਗਹਿਰਾ ਖੋਦਿਆ, ਉਹਦੇ ਚੋਂ ਆਪ ਹੀ ਉਲਟ ਕੇ ਡਿੱਗੇਗਾ। ਤੇ ਬਾਈਬਲ 'ਚ ਪ੍ਰਭੂ ਜੀ ਪੜ੍ਹਦੇ ਹਾਂ ਕਿ ਇਸ ਤਰ੍ਹਾਂ ਹੋਇਆ, ਸਾਊਲ ਦੇ ਨਾਲ ਵੀ ਹੋਇਆ, ਉਹਦੇ ਬੇਟੇ ਨਾਲ ਵੀ ਹੋ ਗਿਆ। ਪ੍ਰਭੂ ਜੀ ਮਿਸਾਲਾਂ ਸਾਡੇ ਲਈ ਨੇ ਕਿ ਅਸੀਂ ਸਿੱਖ ਲਈਏ ਨਾ ਤੋਂ, ਅਸੀਂ ਉਲਟ ਫੇਰ ਦੀਆਂ ਗੱਲਾਂ ਤੋਂ ਬਚ ਜਾਈਏ, ਸਾਜ਼ਿਸ਼ਾਂ ਤੋਂ ਬਚ ਜਾਈਏ, ਤੇ ਤੁਹਾਡੇ ਰਾਜ ਨੂੰ ਤਿਆਰ ਕਰਨ ਦੇ ਲਈ, ਫੈਲਾਉਣ ਦੇ ਲਈ ਆਪਣੇ ਆਪ ਨੂੰ ਨਮਰ ਤੇ ਦੀਨ ਕਰੀਏ, ਤੇ ਤੁਹਾਡੇ ਵਿੱਚ, ਤੁਹਾਡੇ ਵਚਨ ਦੇ ਵਿੱਚ, ਉਸ ਭਰੋਸੇ ਯਕੀਨ ਦੇ ਵਿੱਚ ਕਾਇਮ ਰਹੀਏ। ਇਸ ਟੀਮ ਲਈ ਸ਼ੁਕਰ ਕਰਦਾ ਜਿਨ੍ਹਾਂ ਨੇ ਪ੍ਰਭੂ ਜੀ ਆਤਮਾ ਦੇ ਵਿੱਚ ਪਾ ਕੇ ਭਜਨ ਗਾਇਆ। ਬਲਸ ਕਰਨਾ ਦਾ ਸਾਰਿਆਂ ਨੂੰ। ਪ੍ਰਭੂ ਜੀ ਸਾਡੀ ਦੁਆ ਨੂੰ ਸੁਣੋ। ਜਿਹੜੇ ਪਰੇਸ਼ਾਨ ਨੇ, ਜਿਹੜੇ ਦੁਖੀ ਹਨ, ਘਰਾਂ 'ਚ ਹਨ, ਪ੍ਰਭੂ ਜੀ ਇਹਨਾਂ ਦੇ ਜੀਵਨਾਂ 'ਚ ਇਮਾਨਦਾਰੀ, ਵਫਾਦਾਰੀ ਤੇ ਜ਼ਿੰਮੇਵਾਰੀ ਦਾ ਆਤਮਾ ਆਵੇ, ਜਿਹਦੇ ਨਾਲ ਘਰਾਂ 'ਚ ਰੂਹ ਦਾ ਪਹਿਰਾ ਲਗਾ ਰਹੇ ਤੇ ਸ਼ੈਤਾਨ ਸ਼ਰਮਿੰਦਾ ਹੋਵੇ। ਮੇਰੀ ਦੁਆ ਨੂੰ ਸੁਣਿਆ, ਕਬੂਲ ਕੀਤਾ, ਮੰਗਦਾ ਸਭ ਕੁਝ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ। ਆਮੀਨ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ